पढ़ पढ़ पंडित वेद वखाण है, माया मोह सुआए। इत्थे वखाण है शब्द ਨੂੰ ਨਾਸਕੀ ਉਚਾਰਨ ਕਰਾਂਗੇ ਬਿੰਦੀ ਲਗਾ ਕੇ, ਕਿਉਂਕਿ ਇਹ ਬਹੁਵਚਨੀ ਸ਼ਬਦ ਹੈ। ਵਖਾਣੇ ਦਾ ਮਤਲਬ ਵਿਆਖਿਆ ਕਰਦੇ ਨੇ ਤੇ ਸਵਾਏ ਦਾ ਮਤਲਬ ਪ੍ਰਯੋਜਨ, ਗੋਲ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜੀਵ ਦੇ ਨਾਲ ਜੋ ਪੰਡਿਤ ਵਿਦਵਾਨ ਲੋਕ ਨੇ ਪੜ੍ਹ ਪੜ੍ਹ ਕੇ ਲੋਕਾਂ ਨੂੰ ਵੇਦਾਂ ਦੀ ਵਿਆਖਿਆ ਕਰਕੇ ਸੁਣਾਉਂਦੇ ਨੇ, ਲੇਕਿਨ ਉਹਨਾਂ ਦਾ ਪ੍ਰਯੋਜਨ ਸਿਰਫ ਪੈਸਾ ਹੁੰਦਾ ਹੈ, ਮਾਇਆ ਹੁੰਦਾ ਹੈ। ਲੋਕਾਂ ਨੂੰ ਸੁਣਾ ਰਹੇ ਨੇ, ਉਹਦਾ ਕਾਰਨ ਹੈ, ਰੀਜ਼ਨ ਹੈ ਕਿ ਪੈਸਾ ਆਏਗਾ। ਉਹਨਾਂ ਦਾ ਰੀਜ਼ਨ ਇਹ ਨਹੀਂ ਕਿ ਜੀਵਨ ਉੱਚਾ ਸੁੱਚਾ ਬਣਾਉਣਾ ਹੈ ਜਾਂ ਪ੍ਰਭੂ ਦਾ ਮਿਲਾਪ ਖੁਦ ਕਰਨਾ ਹੈ। ਕੇਵਲ ਮਾਇਆ ਦੇ ਪ੍ਰਯੋਜਨ ਕਰਕੇ, ਪੈਸੇ ਦੇ ਪ੍ਰਯੋਜਨ ਕਰਕੇ ਪੜ੍ਹ ਪੜ੍ਹ ਕੇ ਉੱਚੀ ਉੱਚੀ ਕੂਕ ਕੂਕ ਕੇ ਸੁਣਾ ਰਹੇ ਨੇ। ਲੇਕਿਨ ਹਾਲਾਤ ਕੀ ਹੈ, ਆਪਣੀ ਹਾਲਾਤ ਕੀ ਹੈ? ਦੂਜੇ ਭਾਏ ਹਰ ਨਾਮ ਵਿਸਾਰਿਆ, ਮਨ ਮੂਰਖ ਮਿਲੇ ਸਜਾਏ। ਦੂਜੇ ਭਾਏ ਦਾ ਮਤਲਬ ਮਾਇਆ ਦਾ ਪਿਆਰ, ਦੂਜੇ ਭਾਏ ਦਾ ਮਤਲਬ ਰੱਬ ਨੂੰ ਛੱਡ ਕੇ ਹੋਰ ਸ਼ੈ ਦਾ ਪਿਆਰ। ਜਿਵੇਂ ਕਿ ਆਪਣੀ ਸੋਚ ਹੈ, ਰੱਬ ਨੂੰ ਹਰ ਇੱਕ ਦੇ ਵਿੱਚ ਨਾ ਵੇਖਣਾ, ਮੇਰ ਤੇਰ ਦੇ ਵਿਤਕਰੇ ਔਰ ਅੰਦਰ ਸਵਾਰਥ। ਇਸ ਦੂਜੇ ਪ੍ਰੇਮ ਕਰਕੇ ਜੋ ਵੇਦ ਪਾਠੀ ਨੇ, ਵੇਦ ਪਾਠੀ ਹੁੰਦਿਆਂ ਵੀ ਜੋ ਮਨੁੱਖ ਮਾਇਆ ਦੇ ਪਿਆਰ ਵਿੱਚ ਨਾਮ ਨੂੰ ਵਿਸਾਰ ਦਿੰਦਾ ਹੈ, ਰੱਬੀ ਹੁਕਮ ਅਨੁਸਾਰ ਜ਼ਿੰਦਗੀ ਨਹੀਂ ਜਿੰਦਾ, ਰੱਬੀ ਗੁਣਾਂ ਨੂੰ ਵਿਸਾਰਿਆ ਹੋਇਆ ਹੈ, ਸੱਚ ਨੂੰ ਵਿਸਾਰਿਆ ਹੋਇਆ ਹੈ। ਮਨ ਮੂਰਖ ਮਿਲੇ ਸਜਾਏ ਦਾ ਮਤਲਬ ਮਨ ਦੇ ਮੂਰਖ ਨੂੰ ਦੰਡ ਮਿਲਦਾ ਹੈ, ਸਜ਼ਾ ਮਿਲਦੀ ਹੈ। ਕਿਉਂ ਸਜ਼ਾ? ਇਹ ਨਹੀਂ ਕਿ ਉਹਦੀ ਲੱਤ ਬਾਂਹ ਟੁੱਟ ਜਾਂਦੀ ਹੈ। ਸਜ਼ਾ ਮਿਲਣ ਦਾ ਮਤਲਬ ਇਹ ਹੈ ਕਿ ਆਤਮਿਕ ਜੀਵਨ ਉਹਦਾ ਬਰਬਾਦ ਹੋ ਜਾਂਦਾ ਹੈ, ਮਨ ਦੇ ਅੰਦਰ ਵਿਕਾਰ ਬਣੇ ਰਹਿੰਦੇ ਨੇ, ਅੰਦਰ ਦੀ ਖੁਸ਼ੀ, ਖੇੜਾ, ਪ੍ਰਸੰਨਤਾ ਨਹੀਂ ਮਿਲਦਾ, ਕਿਉਂਕਿ ਅੰਦਰ ਵੀ ਈਰਖਾ, ਦਵੇਸ਼, ਵੈਰ ਵਿਰੋਧ ਹੁੰਦੇ ਨੇ। ਕੀਨੇ, ਸਾੜੇ ਦੀ, ਲੋਭ ਦੀ ਅੱਗ ਆਮ ਬੰਦੇ ਦੀ ਤਰ੍ਹਾਂ ਅੰਦਰ ਬਲਦੀ ਰਹਿੰਦੀ ਹੈ। ਤਾਂ ਇਸ ਤਰ੍ਹਾਂ ਐਸੇ ਮਨ ਦੇ ਮੂਰਖ ਨੂੰ ਜਿਹੜੀ ਹੈ ਸਜ਼ਾ ਮਿਲਦੀ ਹੈ, ਮਾਨਸਿਕ ਤੌਰ ਤੇ ਉਹ ਬੰਦਾ ਪਰੇਸ਼ਾਨ ਰਹਿੰਦਾ ਹੈ। ਤਾਂ ਗੁਰੂ ਜੀ ਦਾ ਇੱਥੇ ਸੰਦੇਸ਼ ਇਹ ਹੈ ਕਿ ਜੋ ਧਰਮ ਗ੍ਰੰਥ ਨੇ ਉਹਨਾਂ ਨੂੰ ਕੇਵਲ ਪੜ੍ਹਨਾ ਹੀ ਨਹੀਂ, ਕਰਮ ਕਾਂਡ ਹੀ ਨਹੀਂ ਕਰਨੇ, ਸਗੋਂ ਰੱਬੀ ਰਜ਼ਾ ਮੁਤਾਬਕ ਜੇ ਕੋਈ ਜ਼ਿੰਦਗੀ ਜੀਵੇਗਾ ਤਾਂ ਹੀ ਜੀਵਨ ਦੇ ਅੰਦਰ ਸੁਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਮਿਲ ਸਕੇਗੀ। ਤਾਂ ਜੋ ਬ੍ਰਾਹਮਣ ਲੋਕ ਨੇ ਉਹ ਦੂਜੇ ਭਾਵ ਦੇ ਅੰਦਰ ਦੂਜੇ ਲੋਕਾਂ ਨੂੰ ਵੇਦ ਸ਼ਾਸਤਰ ਪੜ੍ਹ ਪੜ੍ਹ ਕੇ ਸੁਣਾਉਂਦੇ ਨੇ, ਲੇਕਿਨ ਆਪਣਾ ਉਹਨਾਂ ਦਾ ਸਵਾਰਥ ਜਾਂ ਮਨੋਰਥ ਕੇਵਲ ਮਾਇਆ ਹੁੰਦਾ ਹੈ। ਇਸ ਮਾਇਆ ਦੇ ਪ੍ਰੇਮ ਕਰਕੇ ਉਹਨਾਂ ਨੇ ਹਰੀ ਨਾਮ ਵਿਸਾਰਿਆ ਹੁੰਦਾ ਹੈ। ਨਾਮ ਦਾ ਮਤਲਬ ਰੱਬ ਦਾ ਹੁਕਮ, ਰਜਾ ਵਿੱਚ ਨਹੀਂ ਤੁਰਦੇ, ਰੱਬੀ ਗੁਣਾਂ ਨੂੰ ਉਹਨਾਂ ਨੇ ਵਿਸਾਰ ਦਿੱਤਾ ਹੈ। ਐਸੇ ਮਨ ਦੇ ਮੂਰਖਾਂ ਨੂੰ ਸਜ਼ਾ ਮਿਲਦੀ ਹੈ, ਭਾਵ ਮਾਨਸਿਕ ਪਰੇਸ਼ਾਨੀਆਂ ਹੰਢਾਉਂਦੇ ਨੇ। ਤੇ ਉਹਨਾਂ ਦੀ ਹਾਲਾਤ ਕੈਸੀ ਹੈ? ਜਿਨ ਜੀਉ ਪਿੰਡ ਦਿੱਤਾ, ਤਿਸ ਕਬਹੂ ਨਾ ਚੇਤੈ, ਜੋ ਦੇਂਦਾ ਰਿਜਕ ਸੰਭਾਹੇ। ਇੱਥੇ ਜਿਨ ਦੇ ਨੰਨੇ ਨਾਲ ਸਿਹਾਰਿਆ, ਜਦੋਂ ਵੀ ਜਿਨ ਔਰ ਤਿੰਨ ਦੇ ਨੰਨੇ ਨਾਲ ਸਿਹਾਰੀ ਹੋਵੇ ਉਦੋਂ ਹਮੇਸ਼ਾ ਇਹ ਇੱਕ ਵਚਨੀ ਸ਼ਬਦ ਹੁੰਦਾ ਹੈ, ਸਿੰਗੂਲਰ। ਜਦੋਂ ਜਿਨ ਔਰ ਤਿੰਨ ਮੁਕਤਾ ਹੋਵੇ ਉਦੋਂ ਇਹ ਬਹੁਵਚਨੀ ਹੁੰਦਾ ਹੈ। ਇੱਥੇ ਜਿਨ ਦਾ ਮਤਲਬ ਜਿਨ੍ਹਾਂ ਨੇ ਨਹੀਂ ਹੈ, ਇੱਥੇ ਜਿਨ ਦਾ ਮਤਲਬ ਹੈ ਜਿਸ ਨੇ। ਜੀਓ ਦਾ ਮਤਲਬ ਜਿੰਦ, ਪਿੰਡ ਦਾ ਮਤਲਬ ਸਰੀਰ, ਯਾਨੀ ਇਹ ਜੀਵਨ ਦਿੱਤਾ ਹੈ, ਮਨੁੱਖਾ ਜਨਮ ਬਖਸ਼ਿਆ ਹੈ। ਜੋ ਦੇਂਦਾ ਰਿਜਕ ਸੰਭਾਹੇ, ਸੰਭਾਹੇ ਦਾ ਮਤਲਬ ਅਪੜਾਉਂਦਾ ਹੈ, ਦੇਂਦਾ ਸੰਭਾਹੇ ਦਾ ਮਤਲਬ ਅਪੜਾ ਦਿੰਦਾ ਹੈ। ਜਿਸ ਹਰੀ ਨੇ ਜਿੰਦ ਤੇ ਸਰੀਰ ਭਾਵ ਮਨੁੱਖ ਜਨਮ ਬਖਸ਼ਿਆ ਹੈ ਤੇ ਜੋ ਰਿਜਕ ਪਹੁੰਚਾਉਂਦਾ ਹੈ, ਜਿਹਦੇ ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ ਰਿਜਕ ਮਿਲ ਰਿਹਾ ਹੈ, ਉਸ ਨੂੰ ਇਹ ਕਦੇ ਯਾਦ ਨਹੀਂ ਕਰਦਾ। ਵੇਦ ਸ਼ਾਸਤਰ ਪੜ੍ਹ ਰਿਹਾ ਹੈ, ਲੋਕਾਂ ਨੂੰ ਸੁਣਾ ਰਿਹਾ ਹੈ, ਮਾਇਆ ਕਮਾ ਰਿਹਾ ਹੈ, ਲੇਕਿਨ ਜਿਸ ਪ੍ਰਭੂ ਨੇ ਇਹ ਸਾਰਾ ਕੁਝ ਦਿੱਤਾ ਹੈ ਉਹ ਚੇਤੇ ਵਿੱਚ ਨਹੀਂ, ਉਹਦੇ ਗੁਣ ਚੇਤੇ ਵਿੱਚ ਨਹੀਂ, ਸਚਾਈ ਚੇਤੇ ਵਿੱਚ ਨਹੀਂ, ਦਇਆ ਚੇਤੇ ਵਿੱਚ ਨਹੀਂ, ਹਰ ਇੱਕ ਦੇ ਅੰਦਰ ਉਹਦੀ ਜੋਤ ਨੂੰ ਨਹੀਂ ਵੇਖਦਾ। ਸਗੋਂ ਬ੍ਰਾਹਮਣ ਨੇ ਤਾਂ ਬ੍ਰਾਹਮਣ, ਸ਼ੂਦਰ, ਵੈਸ਼, ਖੱਤਰੀ ਆਦਿਕ ਦੇ 4 ਵਰਨ ਔਰ ਅਨੇਕਾਂ ਜਾਤਾਂ ਪਾਤਾਂ ਬਣਾ ਰੱਖੀਆਂ ਨੇ, ਤਾਂ ਉਸ ਪ੍ਰਭੂ ਨੂੰ ਉਹ ਚੇਤਦਾ ਨਹੀਂ। ਤਾਂ ਜਿਹੜਾ ਉਸ ਨੂੰ ਨਹੀਂ ਚੇਤਦਾ, ਜੋ ਗੁਣਾਂ ਦਾ ਧਾਰਨੀ ਨਹੀਂ ਹੈ, ਉਹਦੇ ਜੀਵਨ ਦੇ ਅੰਦਰ ਸ਼ਾਂਤੀ ਨਹੀਂ ਰਹੇਗੀ। ਤੇ ਐਸੇ ਇਨਸਾਨਾਂ ਦੇ ਜੀਵਨ ਦਾ ਫਿਰ ਰਿਜ਼ਲਟ ਕੀ ਨਿਕਲਦਾ ਹੈ?
ਜੋ ਰੱਬੀ ਗੁਣਾਂ ਨੂੰ ਭੁਲਾ ਦਿੰਦੇ ਨੇ, ਰੱਬੀ ਰਜਾ ਵਿੱਚ ਨਹੀਂ ਤੁਰਦੇ ਤੇ ਵੇਦ ਸ਼ਾਸਤਰ ਪੜ੍ਹ ਕੇ ਉੱਚੀ ਉੱਚੀ ਕੂਕ ਕੇ ਦੂਜਿਆਂ ਨੂੰ ਸੁਣਾਉਂਦੇ ਰਹਿੰਦੇ ਨੇ, ਆਪ ਮਾਇਆ ਦੇ ਅੰਦਰ ਖਚਤ ਨੇ, ਤਾਂ ਉਹਨਾਂ ਦੀ ਹਾਲਾਤ ਕੀ ਹੈ, ਰਿਜ਼ਲਟ ਕੀ ਨਿਕਲਦਾ ਹੈ? ਜਮ ਕਾ ਫਾਹਾ ਗਲਹੂ ਨਾ ਕੱਟੀਏ, ਫਿਰ ਆਵੇ ਜਾਏ। ਜਮ ਦਾ ਫਾਹਾ ਆਤਮਕ ਮੌਤ ਦੀ ਫਾਹੀ, ਜਿਹੜੇ ਆ ਵਿਕਾਰ ਨੇ, ਕਾਮ ਕ੍ਰੋਧ, ਇਹਨਾਂ ਦੀ ਫਾਹੀ ਗਲ ਵਿੱਚ ਪਈ ਰਹਿੰਦੀ ਹੈ। ਆਤਮਕ ਮੌਤ ਦੇ ਅੰਦਰ ਬੰਦਾ ਮਰਦਾ ਰਹਿੰਦਾ ਹੈ। ਫਿਰ ਆਵੇ ਜਾਏ ਦਾ ਮਤਲਬ, ਆਵੇ ਜਾਏ ਦਾ ਮਤਲਬ ਹੁੰਦਾ ਹੈ ਭਟਕਣਾ। ਬੰਦਾ ਮੁੜ ਕੇ ਭਟਕਣਾ ਦੇ ਵਿੱਚ ਪਿਆ ਰਹਿੰਦਾ ਹੈ। ਮਨ ਕਦੇ ਟਿਕਦਾ ਨਹੀਂ, ਮਨ ਦਾ ਕੋਈ ਗੋਲ ਨਹੀਂ ਹੁੰਦਾ, ਕਿਉਂਕਿ ਗੋਲ ਹੀ ਹੈ ਨਹੀਂ ਕਿ ਮੈਂ ਸਚਿਆਰ ਹੋਣਾ ਹੈ। ਸਚਿਆਰ ਹੋਣਾ ਤਾਂ ਗੋਲ ਨਹੀਂ ਹੈ। ਤਾਂ ਜਦੋਂ ਸਚਿਆਰ ਹੋਣਾ ਗੋਲ ਨਹੀਂ ਔਰ ਗਲ ਦੇ ਅੰਦਰ ਕਾਮ ਕ੍ਰੋਧ ਲੋਭ ਆਦਿ ਪਏ ਹੋਏ ਨੇ, ਤਾਂ ਫਿਰ ਬੰਦੇ ਦਾ ਮਨ ਭਟਕੇਗਾ, ਕਦੇ ਇੱਕ ਪਾਸੇ ਕਦੇ ਦੂਜੇ ਪਾਸੇ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਗੁਣਾ ਭਾਲੇ। ਤਾਂ ਜਮਾਂ ਦੀ ਫਾਹੀ ਗਲ ਵਿੱਚ ਪੈ ਰਹਿੰਦੀ ਹੈ, ਵਿਕਾਰਾਂ ਦੀ, ਆਤਮਕ ਮੌਤੇ ਐਸੇ ਲੋਕ ਮਰ ਜਾਂਦੇ ਨੇ ਔਰ ਜੀਵਨ ਦੇ ਅੰਦਰ ਰਹਿ ਜਾਂਦੀ ਹੈ ਸਿਰਫ ਔਰ ਸਿਰਫ ਭਟਕਣਾ। ਮਨਮੁਖ ਕਿਛੂ ਨਾ ਸੂਝੇ ਅੰਧੁਲੇ, ਪੂਰਬ ਲਿਖਿਆ ਕਮਾਏ। ਇੱਥੇ ਅੰਧਲੇ ਨਹੀਂ ਪੜਨਾ, ਧੱਦੇ ਦੇ ਥੱਲੇ ਔਂਕੜ ਹੈ, ਇਸ ਦਾ ਥੋੜਾ ਉਚਾਰਨ ਕਰਨਾ ਹੈ। ਮਨਮੁਖ ਕਿਛੂ ਨਾ ਸੂਝੇ ਅੰਧੁਲੇ, ਪੂਰਬ ਲਿਖਿਆ ਕਮਾਏ। ਅੰਧੁਲੇ ਦਾ ਮਤਲਬ ਅਗਿਆਨੀ, ਮਨਮੁਖ ਦਾ ਮਤਲਬ ਆਪ ਖੁਦਰਾ, ਜੋ ਗੁਰੂ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਫੋਲੋ ਨਹੀਂ ਕਰਦਾ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜਿੰਦਾ, ਆਪ ਖੁਦਰਾ ਹੈ। ਐਸੇ ਮਨੁੱਖ ਨੂੰ ਕੁਝ ਵੀ ਸਮਝ ਨਹੀਂ ਆਉਂਦੀ ਆਤਮਿਕ ਜੀਵਨ ਦੀ। ਉਹਨੂੰ ਇਹ ਸਮਝ ਨਹੀਂ ਕਿ ਮੈਂ ਇਨਸਾਨੀਅਤ ਤੋਂ ਟੁੱਟਿਆ ਹੋਇਆ ਹਾਂ, ਮੇਰੇ ਅੰਦਰ ਦਇਆ ਨਹੀਂ ਹੈ, ਮੇਰੇ ਇਸ ਜੀਵਨ ਦਾ ਨੁਕਸਾਨ ਹੋ ਰਿਹਾ ਹੈ ਆਪਣਾ ਵੀ, ਔਰ ਮੈਂ ਦੂਜਿਆਂ ਦਾ ਵੀ ਨੁਕਸਾਨ ਕਰ ਰਿਹਾ ਹਾਂ। ਉਹਨੂੰ ਜੀਵਨ ਦੇ ਸਹੀ ਮਾਰਗ ਦੀ ਕੋਈ ਸੂਝ ਨਹੀਂ ਹੁੰਦੀ। ਤੇ ਐਸਾ ਉਹ ਕਿਉਂ ਕਰ ਰਿਹਾ ਹੈ? ਕਿਉਂਕਿ ਪੂਰਬ ਲਿਖਿਆ ਕਮਾਏ। ਉਹ ਪੂਰਬਲੇ ਲਿਖੇ ਲੇਖਾਂ ਅਨੁਸਾਰ ਕਮਾਈ ਕਰ ਰਿਹਾ ਹੈ। ਹੁਣ ਪੂਰਬਲੇ ਲੇਖ ਕੀ ਨੇ, ਇਹ ਅਸੀਂ ਰੋਜ਼ ਵਿਚਾਰ ਰਹੇ ਹਾਂ, ਲੇਕਿਨ ਫਿਰ ਆਪਾਂ ਵਿਚਾਰ ਕਰ ਲੈਂਦੇ ਹਾਂ, ਕਿਉਂਕਿ ਜਿਹੜਾ ਸ਼ਬਦ ਆਇਆ ਹੈ ਉਹਨੂੰ ਵਿਚਾਰਨਾ ਬੜਾ ਜ਼ਰੂਰੀ ਹੋ ਜਾਂਦਾ ਹੈ। ਔਰ ਸਾਡੇ ਭਰਮ ਭੁਲੇਖੇ ਵੀ ਤਾਂ ਹੀ ਨਿਕਲਣਗੇ, ਇਹਨਾਂ ਚੀਜ਼ਾਂ ਨੂੰ ਬਾਰ-ਬਾਰ ਵਿਚਾਰਨ ਦੀ ਜ਼ਰੂਰਤ ਵੀ ਹੈ। ਪੂਰਬ ਲਿਖੇ ਦਾ ਮਤਲਬ ਇਹ ਨਹੀਂ ਹੈ ਕਿ ਪਿਛਲੇ ਜਨਮ ਦੇ ਅੰਦਰ ਰੱਬ ਨੇ ਕੋਈ ਸਾਡੀ ਕਿਸਮਤ ਲਿਖ ਕੇ ਭੇਜ ਦਿੱਤੀ ਹੈ। ਜੇ ਤਾਂ ਰੱਬ ਨੇ ਲਿਖ ਕੇ ਕਿਸਮਤ ਭੇਜੀ ਹੈ, ਫਿਰ ਤਾਂ ਸਾਡਾ ਕੋਈ ਦੋਸ਼ ਹੀ ਨਹੀਂ ਹੈ, ਕਿਉਂਕਿ ਉਹਨੇ ਜੋ ਲਿਖ ਦਿੱਤਾ ਹੈ ਹੋ ਜਾਣਾ ਹੈ। ਨਾ ਫਿਰ ਉਹਨੂੰ ਅਸੀਂ ਬਦਲ ਸਕਦੇ ਹਾਂ, ਨਾ ਕੁਝ ਕਰ ਸਕਦੇ ਹਾਂ, ਫਿਰ ਤਾਂ ਸਾਡਾ ਕੋਈ ਦੋਸ਼ ਹੈ ਹੀ ਨਹੀਂ ਨਾ। ਇਹ ਨਹੀਂ ਹੈ ਪੂਰਬ ਲਿਖਿਆ। ਪੂਰਬ ਦਾ ਮਤਲਬ ਪਾਸਟ, ਜੋ ਸਾਡਾ ਬੀਤਿਆ ਹੋਇਆ ਸਮਾਂ ਹੈ। ਹੁਣ ਮੇਰੀ ਉਮਰ 62 ਸਾਲ ਹੈ ਨਾ, ਤਾਂ ਇਸ ਤੋਂ ਪਿੱਛੇ ਜੋ ਮੈਂ ਜ਼ਿੰਦਗੀ ਜੀਵੀ, ਉਹ ਮੇਰਾ ਪੂਰਬ ਦਾ ਜਨਮ ਹੈ। ਤੇ ਉਸ ਪੂਰਬਲੇ ਸਮੇਂ ਵਿੱਚ, ਬੀਤ ਕੇ ਸਮੇਂ ਵਿੱਚ ਜੋ ਕੁਝ ਮੈਂ ਸੋਚਿਆ ਹੈ, ਜੋ ਕੁਝ ਮੈਂ ਬੋਲਿਆ ਹੈ, ਉਹ ਮੇਰੇ ਅੰਦਰ ਸੰਸਕਾਰ ਲਿਖੇ ਗਏ ਨੇ। ਮੀਨਸ ਕਿ ਮੇਰਾ ਸੁਭਾਅ ਬਣ ਗਿਆ, ਮੇਰੀ ਆਦਤ ਬਣ ਗਈ ਹੈ, ਉਹ ਚੀਜ਼ਾਂ ਪਰਿਪੱਕ ਹੋ ਗਈਆਂ ਨੇ ਤੇ ਉਹਨਾਂ ਬਣੇ ਹੋਏ ਸੁਭਾਅ ਮੁਤਾਬਕ ਮੈਂ ਕਰਮ ਕਰੀ ਜਾ ਰਿਹਾ। ਜੇ ਤਾਂ ਕਿਸੇ ਦਾ ਬਚਪਨ ਤੋਂ ਲੈ ਕੇ ਚੰਗਾ ਸੁਭਾਅ ਬਣ ਗਿਆ ਹੈ, ਘਰ ਦੇ ਵਿੱਚ ਮਾਹੌਲ ਚੰਗਾ ਸੀ, ਅੱਗੋਂ ਸੰਗਤ ਚੰਗੀ ਮਿਲ ਗਈ, ਲਿਟਰੇਚਰ ਚੰਗਾ ਮਿਲ ਗਿਆ, ਅਧਿਆਪਕ ਚੰਗੇ ਮਿਲ ਗਏ, ਅੰਦਰਲੀ ਸੋਚ ਚੰਗੀ ਸੀ, ਤੇ ਉਹ ਬੰਦਾ ਸਾਰੀ ਜ਼ਿੰਦਗੀ ਫਿਰ ਚੰਗੇ ਹੀ ਕੰਮ ਕਰੀ ਜਾਏਗਾ, ਕਿਉਂਕਿ ਅੰਦਰ ਸੁਭਾਅ ਬਣ ਗਿਆ ਨਾ। ਤੇ ਜੇ ਸ਼ੁਰੂ ਤੋਂ ਝੂਠ ਬਣਨ ਵਾਲਾ, ਝੂਠ ਬੋਲਣ ਵਾਲਾ ਸੁਭਾਅ ਬਣ ਗਿਆ, ਈਰਖਾ ਵਾਲਾ ਬਣ ਗਿਆ, ਤੇ ਉਹ ਚੀਜ਼ਾਂ ਪੱਕੀਆਂ ਹੁੰਦੀਆਂ ਗਈਆਂ, ਲਿਖਿਆ ਗਿਆ ਅੰਦਰ, ਯਾਨੀ ਸੁਭਾਅ ਬਣ ਗਿਆ, ਆਦਤ ਬਣ ਗਈ, ਤੇ ਫਿਰ ਉਸ ਆਦਤ ਮੁਤਾਬਕ ਬੰਦਾ ਜੀਵੀ ਜਾਂਦਾ ਹੈ ਸਾਰੀ ਜ਼ਿੰਦਗੀ, ਤੇ ਜੈਸਾ ਜੀਵਨ ਜੀਵੇਗਾ ਵੈਸਾ ਹੀ ਫਲ ਮਿਲੇਗਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਜੋ ਮਨ ਦੇ ਪਿੱਛੇ ਤੁਰਨ ਵਾਲਾ ਆਪ ਖੁਦਰਾ ਮਨੁੱਖ ਹੈ, ਉਹ ਅਗਿਆਨਤਾ ਦੇ ਅੰਦਰ ਖਚਤ ਹੈ, ਉਹਨੂੰ ਜੀਵਨ ਦੀ ਕੋਈ ਸਹੀ ਸੂਝ ਨਹੀਂ ਹੈ। ਇਸ ਲਈ ਉਹ ਪੂਰਬਲੇ ਜੋ ਬਣੇ ਹੋਏ ਸੁਭਾਅ ਨੇ, ਉਹਦੇ ਮੁਤਾਬਕ ਹੀ ਅੰਧਕਾਰ ਵਾਲੇ ਕਰਮ ਕਰੀ ਜਾਂਦਾ ਹੈ। ਪੂਰੇ ਭਾਗ ਸਤਿਗੁਰ ਮਿਲੈ ਸੁਖ ਦਾਤਾ, ਨਾਮ ਵਸੈ ਮਨ ਆਏ। ਇੱਥੇ ਪੂਰੇ ਭਾਗ ਦਾ ਮਤਲਬ ਕਿਸਮਤ ਵੀ ਕੀਤਾ ਹੈ, ਪਰ ਇੱਥੇ ਪੂਰੇ ਭਾਗ ਦਾ ਮਤਲਬ ਹੈ ਉਦਮ। ਜੇ ਕੋਈ ਬੰਦਾ ਉਦਮ ਕਰੇ,
ਪੂਰਨ ਤੌਰ ਤੇ ਉਦਮ ਕਰੇ, ਦਿਲੋਂ ਉਦਮ ਕਰੇ, ਤੇ ਉਦਮ ਦੇ ਨਾਲ ਸਤਿਗੁਰ ਮਿਲੇ ਸੁਖਦਾਤਾ, ਉਹਨੂੰ ਸੁੱਖਾਂ ਦੀ ਦਾਤ ਦੇਣ ਵਾਲਾ ਜੇ ਸਤਿਗੁਰ ਮਿਲ ਜਾਏ, ਉਦਮ ਕਰਕੇ ਜੇ ਕੋਈ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾ ਪਵੇ, ਤਾਂ ਫਿਰ ਕੀ ਹੋਏਗਾ? ਨਾਮ ਵਸੈ ਮਨ ਆਏ। ਫਿਰ ਉਹਦੇ ਮਨ ਦੇ ਅੰਦਰ ਨਾਮ ਮਤਲਬ ਰੱਬੀ ਹੁਕਮ ਵਸ ਜਾਏਗਾ, ਰੱਬੀ ਹੁਕਮ ਦੀ ਪ੍ਰੀਤ ਵਸ ਜਾਏਗੀ। ਇਹਦਾ ਮਤਲਬ ਇਹ ਹੋਇਆ ਕਿ ਜੇ ਸਾਡੇ ਸੰਸਕਾਰ ਮਾੜੇ ਨੇ ਕਿਸੇ ਦੇ ਵੀ, ਔਰ ਜੇ ਉਹਨਾਂ ਸੰਸਕਾਰਾਂ ਨੂੰ ਕੋਈ ਬਦਲਣਾ ਚਾਹੁੰਦਾ ਹੈ, ਤਾਂ ਉਹ ਉਦਮ ਕਰਕੇ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਲਵੇ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਸ਼ੁਰੂ ਕਰ ਦੇਵੇ, ਤਾਂ ਉਹਦੇ ਹਿਰਦੇ ਅੰਦਰ ਵੀ ਰੱਬੀ ਹੁਕਮ ਦੀ ਪ੍ਰੀਤ ਵਸ ਜਾਏਗੀ। ਉਹਦੇ ਜਿਹੜਾ ਜੀਵਨ ਹੈ ਉਹ ਵੀ ਬਦਲ ਜਾਏਗਾ। ਉਦਮ ਕਰਨਾ ਪਵੇਗਾ। ਜੇ ਉਦਮ ਨਹੀਂ ਕਰੇ ਕੋਈ, ਤਾਂ ਫਿਰ ਤਾਂ ਕੁਝ ਵੀ ਨਹੀਂ ਨਾ ਹੋਣਾ, ਫਿਰ ਤਾਂ ਜਿੱਧਰ ਤੁਰਿਆ ਜਾ ਰਿਹਾ ਹੈ ਤੁਰਿਆ ਹੀ ਜਾ ਰਿਹਾ। ਜੇ ਅਸੀਂ ਗਲਤ ਐਗਜ਼ਿਟ ਲੈ ਲਿਆ ਹੈ, ਤਾਂ ਯੂ ਟਰਨ ਲੈਣ ਲਈ ਸਾਨੂੰ ਉਦਮ ਤਾਂ ਕਰਨਾ ਹੀ ਪਵੇਗਾ। ਜੇ ਅਸੀਂ ਯੂ ਟਰਨ ਨਹੀਂ ਲਵਾਂਗੇ, ਤਾਂ ਫਿਰ ਅਸੀਂ ਆਪਣੇ ਡੈਸਟੀਨੇਸ਼ਨ ਤੋਂ ਦੂਰ ਜਾਂਦੇ ਜਾਵਾਂਗੇ। ਸਾਡਾ ਹਰ ਕਦਮ ਸਾਡੇ ਡੈਸਟੀਨੇਸ਼ਨ ਤੋਂ ਦੂਰ ਲੈ ਜਾਏਗਾ। ਤੇ ਜੇ ਕੋਈ ਉਦਮ ਕਰਕੇ ਯੂ ਟਰਨ ਲੈ ਲਵੇ, ਤਾਂ ਉਸ ਦਾ ਹਰ ਕਦਮ ਉਹਨੂੰ ਉਹਦੇ ਡੈਸਟੀਨੇਸ਼ਨ ਦੇ ਨਜ਼ਦੀਕ ਲੈ ਜਾਏਗਾ। ਇਸ ਲਈ ਜੇ ਪੂਰੇ ਭਾਗ ਪੂਰੇ ਉਦਮ ਦੇ ਨਾਲ ਗੁਰੂ ਮਿਲ ਪਵੇ, ਗੁਰੂ ਸੁੱਖਾਂ ਦੀ ਦਾਤ ਦੇਣ ਵਾਲਾ ਹੈ, ਫਿਰ ਗੁਰੂ ਗਿਆਨ ਦੀ ਦਾਤ ਦੇਵੇਗਾ, ਫਿਰ ਉਹਦੇ ਮਨ ਦੇ ਅੰਦਰ ਵੀ ਰੱਬੀ ਹੁਕਮ ਵਸ ਜਾਏਗਾ, ਰੱਬੀ ਹੁਕਮ ਦੀ ਪ੍ਰੀਤ ਵਸ ਜਾਏਗੀ। ਯਾਨੀ ਜਿਹੜਾ ਕੋਈ ਬ੍ਰਾਹਮਣ ਕਰਮਕਾਂਡੀ ਬੰਦਾ, ਜਿਹੜਾ ਕੇਵਲ ਧਰਮ ਸ਼ਾਸਤਰਾਂ ਨੂੰ ਮਾਇਆ ਵਾਸਤੇ ਹੀ ਪੜ੍ਹਾ ਰਿਹਾ ਹੈ, ਆਪ ਜ਼ਿੰਦਗੀ ਚੰਗੀ ਨਹੀਂ ਜੀ ਰਿਹਾ, ਆਤਮਕ ਮੌਤ ਸਹਿਟ ਲਈ ਹੈ, ਜੀਵਨ ਦੇ ਅੰਦਰ ਵਿਕਾਰ ਕਮਾ ਲਏ ਨੇ ਔਰ ਆਤਮਕ ਮੌਤੇ ਮਰ ਚੁੱਕਾ ਹੈ, ਜੇ ਐਸਾ ਬੰਦਾ ਉਦਮ ਕਰਕੇ ਗੁਰੂ ਦੇ ਨਾਲ ਮਿਲ ਪਵੇ, ਤਾਂ ਉਹਦੇ ਜੀਵਨ ਦਾ ਸੁਧਾਰ ਵੀ ਹੋ ਸਕਦਾ ਹੈ। ਸੁਖ ਮਾਣ ਹੈ, ਸੁਖ ਪਹਿਨਣਾ, ਸੁਖੇ ਸੁਖ ਵਿਹਾਏ। ਹੁਣ ਗੁਰੂ ਦੀ ਸ਼ਰਨ ਪੈਣ ਦਾ ਰਿਜ਼ਲਟ ਦੱਸ ਰਹੇ ਨੇ ਕਿ ਜੇ ਐਸਾ ਬੰਦਾ ਜੋ ਆਤਮਕ ਮੌਤੇ ਮਰ ਚੁੱਕਾ ਹੈ, ਜਿਸ ਦੀ ਜ਼ਿੰਦਗੀ ਦੇ ਅੰਦਰ ਚਿੰਤਾਵਾਂ, ਝੋਰੇ, ਫਿਕਰ, ਕਾੜੇ, ਅੰਦੇਸ਼ੇ, ਡਰ, ਵਹਿਮ, ਸਹਿਮ ਪੈਦਾ ਹੋ ਗਏ ਨੇ, ਜੇ ਉਹ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਤਾਂ ਫਿਰ ਉਹਨੂੰ ਕੀ ਮਿਲੇਗਾ? ਸੁਖ ਮਾਣੈ, ਸੁਖ ਪਹਿਨਣਾ, ਸੁਖੇ ਸੁਖ ਵਿਹਾਏ। ਦੂਜੇ ਸੁਖ ਦੇ ਖੱਖੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਸੁਖ ਵਿੱਚ। ਸੁਖੇ ਸੁਖ ਦਾ ਮਤਲਬ ਸਿਰਫ ਸੁਖ ਹੀ ਸੁਖ ਦੇ ਵਿੱਚ। ਤਾਂ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਆਤਮਕ ਆਨੰਦ ਮਾਣਦੇ ਨੇ। ਸੁਖ ਮਾਣੈ, ਆਤਮਕ ਆਨੰਦ ਮਾਣਦੇ ਨੇ। ਸੁਖ ਪਹਿਨਣਾ, ਦੁਨੀਆ ਦਾ ਖਾਣ ਹੰਡਾਣ ਉਹਨਾਂ ਵਾਸਤੇ ਆਤਮਕ ਆਨੰਦ ਹੀ ਹੈ। ਯਾਨੀ ਜੋ ਦੁਨੀਆ ਦਾ ਖਾਣ ਹੰਡਾਣ ਹੈ ਨਾ, ਆਮ ਲੋਕ ਤਾਂ ਰਸਾਂ ਕਸਾਂ ਦੇ ਵਿੱਚ ਰਸ ਲੈ ਰਹੇ ਨੇ, ਲੇਕਿਨ ਉਹ ਆਤਮਕ ਆਨੰਦ ਹੀ ਉਹਨਾਂ ਵਾਸਤੇ ਖਾਣਾ ਪਹਿਨਣਾ ਹੈ, ਖੁਰਾਕ ਹੈ ਆਤਮਕ। ਤੇ ਉਹਨਾਂ ਦੀ ਉਮਰ ਨਿਰੋਲ ਸੁਖ ਦੇ ਅੰਦਰ ਬੀਤਦੀ ਹੈ। ਫਿਰ ਉਹਨਾਂ ਦੀ ਉਮਰ ਸੁਖ ਦੇ ਅੰਦਰ ਬੀਤੇਗੀ। ਜੋ ਉਹ ਖਾਣ ਪਹਿਨਣਗੇ ਉਹ ਵੀ ਉਹਨਾਂ ਨੂੰ ਸੁਖ ਦੇਵੇਗਾ। ਨਹੀਂ ਤਾਂ ਆਮ ਕੀ ਹੈ ਕਿ ਸਾਡਾ ਖਾਣਾ ਪਹਿਨਣਾ ਬਹੁਤ ਕੁਝ ਹੁੰਦਾ ਹੈ ਨਾ, ਲੋਕਾਂ ਦੇ ਕੋਲ ਕੱਪੜਿਆਂ ਦੇ ਅੰਬਾਰ ਲੱਗੇ ਨੇ, ਖਾਣ ਪੀਣ ਦੇ ਪਦਾਰਥ ਬਹੁਤ ਨੇ, ਧਨ ਦੌਲਤ ਬਹੁਤ ਹੈ, ਲੇਕਿਨ ਸ਼ਾਂਤੀ ਨਹੀਂ, ਮਾਨਸਿਕ ਸ਼ਾਂਤੀ ਨਹੀਂ ਹੈ, ਆਤਮਕ ਸੁਖ ਨਹੀਂ ਹੈ, ਅੰਦਰ ਦੀ ਵਿਗਾਸਤਾ ਨਹੀਂ ਹੈ, ਅੰਦਰ ਦੀ ਖੁਸ਼ੀ ਨਹੀਂ ਹੈ। ਕਾਰਨ ਕਿ ਅੰਦਰ ਜਿਹੜੇ ਨੇ ਵਿਕਾਰ ਭਰੇ ਪਏ ਨੇ। ਤਾਂ ਜਦੋਂ ਰੱਬੀ ਗੁਣਾਂ ਦਾ ਧਾਰਨੀ ਹੋਏਗਾ, ਗੁਰੂ ਦੱਸੇ ਰਾਹਾਂ ਤੇ ਚੱਲੇਗਾ, ਤਾਂ ਐਸੇ ਬੰਦੇ ਦੀ ਸਾਰੀ ਜ਼ਿੰਦਗੀ ਸੁੱਖਾਂ ਦੇ ਵਿੱਚ ਹੀ ਬੀਤੇਗੀ। ਉਹਦਾ ਖਾਣ ਹੰਡਾਣ ਵੀ ਸੁੱਖਾਂ ਦੇ ਵਿੱਚ ਹੀ ਬੀਤੇਗਾ। ਜਿਵੇਂ ਗੁਰੂ ਜੀ ਦਾ ਪਾਵਨ ਬਚਨ ਨਾ, ਨਾਨਕ ਪੂਰਾ ਸਤਿਗੁਰ ਭੇਟੀਐ, ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਖਾਵੰਦਿਆਂ ਪੈਨੰਦਿਆਂ ਵਿੱਚ ਹੋਵੇ ਮੁਕਤ। ਜੇ ਕੋਈ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਖਾਂਦਿਆਂ ਪੀਂਦਿਆਂ ਸੌਂਦਿਆਂ ਜਾਗਦਿਆਂ ਹੱਸਦਿਆਂ ਖੇਡਦਿਆਂ ਵਿੱਚ ਹੀ ਉਹਦੀ ਮੁਕਤੀ ਹੋ ਜਾਂਦੀ ਹੈ। ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਉਹਦੀ ਮੁਕਤੀ ਹੋ ਜਾਂਦੀ ਹੈ, ਵਿਕਾਰਾਂ ਤੋਂ ਖਲਾਸੀ ਹੋ ਜਾਂਦੀ ਹੈ। ਨਾਨਕ ਸੋ ਨਾਉ ਮਨਹੁ ਨਾ ਵਿਸਾਰੀਐ, ਜਿਤ ਦਰ ਸੱਚੇ ਸ਼ੋਭਾ ਪਾਏ। ਜਿਤ ਦਾ ਮਤਲਬ ਜਿਸ ਤੇ ਰਾਹੀਂ। ਗੁਰੂ ਜੀ ਕਹਿੰਦੇ ਨੇ ਇਹੋ ਜਿਹਾ ਸੁਖਦਾਈ। ਨਾਉ ਦਾ ਮਤਲਬ ਨਾਮ, ਤੇ ਨਾਮ ਦਾ ਮਤਲਬ ਹੁਕਮ, ਰੱਬ ਦੀ ਰਜ਼ਾ, ਭਾਣਾ, ਸਿਸਟਮ। ਕਿਉਂਕਿ ਸਾਰੇ ਸੁੱਖ ਜਾਂ ਦੁੱਖਾਂ ਦਾ ਕਾਰਨ ਸਿਸਟਮ ਹੈ, ਹੁਕਮ ਹੈ। ਇੱਕ ਸਿਸਟਮ ਦੇ ਅੰਦਰ ਨੇ ਸੁੱਖ,
ਔਰ ਇੱਕ ਸਿਸਟਮ ਦੇ ਅੰਦਰ ਨੇ ਦੁੱਖ। ਜੇ ਅਸੀਂ ਸਿਸਟਮ ਦੀ ਸਹੀ ਫੋਲੋ ਕਰਦੇ ਹਾਂ ਜੀਵਨ ਨੂੰ, ਤਾਂ ਸਾਡੇ ਜੀਵਨ ਵਿੱਚ ਸੁੱਖ ਨੇ, ਤੇ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਫੋਲੋ ਠੀਕ ਨਹੀਂ ਕਰਦੇ ਤਾਂ ਦੁੱਖ ਨੇ। ਜਿਵੇਂ ਸਚਾਈ ਹੈ, ਦਇਆ ਹੈ, ਪ੍ਰੇਮ ਹੈ, ਮੁਹੱਬਤ ਹੈ, ਜੇ ਅਸੀਂ ਇਹਨਾਂ ਗੁਣਾਂ ਨੂੰ ਫੋਲੋ ਕਰਾਂਗੇ ਤਾਂ ਜੀਵਨ ਦੇ ਅੰਦਰ ਸੁੱਖ ਸ਼ਾਂਤੀ ਹੈ। ਪਰ ਜੇ ਅਸੀਂ ਲੋਭ, ਮੋਹ ਜਾਂ ਮਤਲਬ ਈਰਖਾ, ਦਵੇਸ਼ ਇਹਨਾਂ ਗੁਣਾਂ ਨੂੰ ਫੋਲੋ ਕਰਾਂਗੇ ਤਾਂ ਜੀਵਨ ਦੇ ਅੰਦਰ ਦੁੱਖ ਆਏਗਾ। ਇਸ ਲਈ ਰੱਬੀ ਰਜ਼ਾ, ਰੱਬ ਦਾ ਜੋ ਹੁਕਮ ਹੈ, ਭਾਣਾ ਹੈ, ਕੁਦਰਤ ਦੇ ਨਿਯਮ ਨੇ, ਜਾਂ ਗੁਰਬਾਣੀ ਦਾ ਦਿੱਤਾ ਵੇ ਆਫ ਲਾਈਫ ਹੈ, ਇਹ ਸਾਰੇ ਸੁੱਖਾਂ ਦਾ ਮੂਲ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਇਸ ਚੀਜ਼ ਦੀ ਖੁੱਲ ਕੇ ਵਿਚਾਰ ਅਸੀਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਕਰ ਚੁੱਕੇ ਹਾਂ, ਸੁਣ ਚੁੱਕੇ ਹਾਂ। ਤਾਂ ਗੁਰੂ ਜੀ ਕਹਿੰਦੇ ਨੇ ਉਸ ਰੱਬੀ ਹੁਕਮ ਨੂੰ ਕਿਉਂ ਮਨ ਚੋਂ ਵਿਸਾਰੀਏ। ਸਾਨੂੰ ਹਮੇਸ਼ਾ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਮੈਂ ਰਜ਼ਾ ਭਾਣੇ ਦੇ ਵਿੱਚ ਤੁਰਨਾ ਹੈ। ਜਿਤ ਦਰ ਸੱਚੇ ਸ਼ੋਭਾ ਪਾਏ, ਜਿਸ ਦੀ ਰਾਹੀਂ ਸੱਚੇ ਪ੍ਰਭੂ ਦੇ ਦਰ ਤੇ ਸ਼ੋਭਾ ਮਿਲਦੀ ਹੈ। ਤੇ ਰੱਬ ਦਾ ਦਰ ਕਿੱਥੇ ਹੈ? ਇਹ ਸਾਰਾ ਸੰਸਾਰ ਰੱਬ ਦਾ ਦਰ ਹੀ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਜਾਂ ਕੁਦਰਤ ਕਰਕੇ ਵਸਿਆ ਸੋਏ, ਤੇ ਘਟ ਘਟ ਮੈਂ ਹਰ ਜੂ ਵਸੇ। ਜਦੋਂ ਅਸੀਂ ਆਪਣੇ ਅੰਦਰੋਂ ਇਮਾਨਦਾਰੀ ਦੇ ਨਾਲ ਕੋਈ ਸਵਾਲ ਪੁੱਛਦੇ ਹਾਂ ਕਿ ਕੀ ਮੈਂ ਸੱਚ ਵਾਲਾ ਜੀਵਨ ਬਤੀਤ ਕਰ ਰਿਹਾ, ਗੁਰਬਾਣੀ ਅਨੁਸਾਰ ਮੇਰੀ ਜ਼ਿੰਦਗੀ ਹੈ, ਜੇ ਅੰਦਰੋਂ ਆਵਾਜ਼ ਆਏ ਨਾ ਕਿ ਜ਼ਿੰਦਗੀ ਹੈ ਤਾਂ ਖੁਸ਼ੀ ਹੁੰਦੀ ਹੈ, ਮਾਣ ਮਹਿਸੂਸ ਹੁੰਦਾ ਹੈ। ਤੇ ਜੇ ਅੰਦਰੋਂ ਆਵਾਜ਼ ਆ ਜਾਏ ਕਿ ਮੈਂ ਐਵੇਂ ਦਾ ਹੈ ਤੇ ਨਹੀਂ, ਤਾਂ ਫਿਰ ਅਫਸੋਸ ਹੋਏਗਾ ਨਾ, ਫਿਰ ਆਦਰ ਤਾਂ ਨਾ ਮਿਲਿਆ। ਤਾਂ ਜਿਹੜੇ ਲੋਕ ਪ੍ਰਭੂ ਦੇ ਹੁਕਮ ਨੂੰ ਵਿਸਾਰਦੇ ਨਹੀਂ, ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਬਿਤਾਉਂਦੇ ਨੇ, ਉਹਨਾਂ ਨੂੰ ਜਿੱਥੇ ਸੱਚ ਦੇ ਆਧਾਰ ਤੇ ਫੈਸਲੇ ਹੁੰਦੇ ਨੇ, ਉੱਥੇ ਉਹਨਾਂ ਨੂੰ ਸ਼ੋਭਾ ਮਿਲਦੀ ਹੈ। ਜਗਤ ਉਹਨਾਂ ਦੀ ਸ਼ੋਭਾ ਕਰਦਾ ਹੈ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਤੇ ਉਸ ਉਸਤਤ ਦਾ ਜੋ ਕਾਰਨ ਹੈ ਉਹ ਹੈ ਰੱਬ ਦਾ ਹੁਕਮ। ਤਾਂ ਇਸ ਲਈ ਗੁਰੂ ਜੀ ਕਹਿ ਰਹੇ ਨੇ ਕਿ हे ਨਾਨਕ, ਐਸੇ ਹੁਕਮ ਨੂੰ ਕਦੇ ਵੀ ਆਪਣੇ ਮਨ ਚੋਂ ਭੁਲਾਉਣਾ ਨਹੀਂ ਚਾਹੀਦਾ, ਜਿਸ ਰਾਹੀਂ ਪ੍ਰਭੂ ਦਰ ਤੇ ਸ਼ੋਭਾ ਮਿਲਦੀ ਹੈ। ਅਗਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੀ ਹੈ। ਸਤਿਗੁਰ ਸੇਵ ਸੁਖ ਪਾਇਆ, ਸਚ ਨਾਮ ਗੁਣਤਾਸ। ਸੇਵ ਦਾ ਮਤਲਬ ਸੇਵਾ ਕਰਕੇ, ਸੇਵਾ ਕਰਕੇ ਦਾ ਮਤਲਬ ਹੁਕਮ ਮੰਨ ਕੇ। ਗੁਣਤਾਸ ਦਾ ਮੀਨਿੰਗ ਹੁੰਦਾ ਹੈ ਗੁਣਾਂ ਦਾ ਖਜ਼ਾਨਾ। ਜਿਸ ਨੇ ਸਤਿਗੁਰ ਦੀ ਦੱਸੀ ਸੇਵਾ ਕੀਤੀ ਹੈ, ਉਹਨੇ ਗੁਣਾਂ ਦਾ ਖਜ਼ਾਨਾ ਨਾਮ ਰੂਪ ਸੁਖ ਪ੍ਰਾਪਤ ਕਰ ਲਿਆ ਹੈ। ਹੁਣ ਗੁਣਾਂ ਦਾ ਖਜ਼ਾਨਾ ਸੱਚ ਨਾਮ ਗੁਣਤਾਸ। ਗੁਣਤਾਸ ਦਾ ਮਤਲਬ ਗੁਣਾਂ ਦਾ ਖਜ਼ਾਨਾ। ਗੁਣਾਂ ਦਾ ਖਜ਼ਾਨਾ ਕੀ ਹੈ? ਸੱਚ ਨਾਮ। ਨਾਮ ਦਾ ਮਤਲਬ ਹੁਕਮ। ਜੋ ਹੁਕਮ ਹੈ, ਜੋ ਸੱਚ ਹੈ, ਉਹ ਗੁਣਾਂ ਦਾ ਖਜ਼ਾਨਾ ਹੈ। ਉਹ ਗੁਣਾਂ ਦਾ ਖਜ਼ਾਨਾ ਹੀ ਸੁੱਖਾਂ ਦਾ ਖਜ਼ਾਨਾ ਹੈ। ਤੇ ਇਸ ਗੁਣਾਂ ਦੇ ਖਜ਼ਾਨੇ ਨੂੰ ਪਾ ਕੇ ਹੀ ਸੁਖ ਮਾਣਿਆ ਜਾ ਸਕਦਾ ਹੈ। ਦੇਖੋ, ਜੇ ਜੀਵਨ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿ ਗੁਣ ਨੇ, ਤਾਂ ਉੱਥੇ ਖੁਸ਼ੀਆਂ ਵੀ ਹੋਣਗੀਆਂ, ਉੱਥੇ ਸੁਖ ਵੀ ਹੋਵੇਗਾ। ਤੇ ਇਹ ਗੁਣ ਕਿਵੇਂ ਮਿਲਣਗੇ? ਗੁਰੂ ਦੇ ਦੱਸੇ ਰਾਹ ਤੇ ਚੱਲ ਕੇ। ਤਾਂ ਜੋ ਗੁਰੂ ਦੀ ਦੱਸੀ ਸੇਵਾ ਕਰਦੇ ਨੇ, ਉਹ ਸੱਚ ਨਾਮ ਰੂਪ ਖਜ਼ਾਨੇ ਨੂੰ ਪਾ ਲੈਂਦੇ ਨੇ, ਜੋ ਗੁਣਾਂ ਦਾ ਖਜ਼ਾਨਾ ਹੈ, ਜੋ ਸੁੱਖਾਂ ਦਾ ਖਜ਼ਾਨਾ ਹੈ। ਭਾਵ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਹੋ ਜਾਂਦਾ ਹੈ। ਗੁਰਮਤੀ ਆਪ ਪਛਾਣਿਆ, ਰਾਮ ਨਾਮ ਪ੍ਰਗਾਸ। ਗੁਰਮਤੀ ਦਾ ਮਤਲਬ ਗੁਰੂ ਦੀ ਮੱਤ ਲੈ ਕੇ, ਆਪ ਦਾ ਮਤਲਬ ਆਪਣੇ ਆਪ ਨੂੰ। ਗੁਰਮਤੀ ਆਪ ਪਛਾਣਿਆ, ਗੁਰੂ ਦੀ ਮੱਤ ਲੈ ਕੇ ਉਹ ਬੰਦਾ ਆਪਣੇ ਆਪੇ ਦੀ ਪਛਾਣ ਕਰਦਾ ਹੈ। ਹੁਣ ਦੇਖੋ, ਅਸੀਂ ਆਪਣੇ ਆਪ ਨੂੰ ਪਛਾਣਨਾ ਹੈ, ਤੇ ਜਿਹੜਾ ਆਪਣੇ ਆਪੇ ਦੀ ਪਹਿਚਾਣ ਕਰਦਾ ਹੈ ਨਾ, ਉਹਦੇ ਅੰਦਰ ਰਾਮ ਨਾਮ ਪ੍ਰਗਾਸ, ਉਹਦੇ ਅੰਦਰ ਪ੍ਰਭੂ ਦੇ ਗੁਣਾਂ ਦਾ ਪ੍ਰਗਾਸ ਹੋ ਜਾਂਦਾ ਹੈ, ਉਹਦੇ ਅੰਦਰ ਰੱਬੀ ਗੁਣ ਪੈਦਾ ਹੋ ਜਾਂਦੇ ਨੇ। ਹੁਣ ਆਪਣੇ ਆਪੇ ਦੀ ਪਹਿਚਾਣ ਕੀ ਹੈ? ਆਪਣੇ ਆਪੇ ਦੀ ਪਛਾਣ ਕਰਨ ਵਾਸਤੇ ਸਾਨੂੰ ਕੋਈ ਮਾਲਾ ਫੇਰਨ ਦੀ ਜਾਂ ਸਮਾਧੀਆਂ ਲਾਉਣ ਦੀ, ਦਸਮ ਦੁਆਰ ਵਿੱਚ ਪ੍ਰਾਨ ਚੜਾਉਣ ਦੀ ਲੋੜ ਨਹੀਂ ਹੈ। ਆਪਣੇ ਆਪ ਦੀ ਪਹਿਚਾਣ ਦਾ ਮਤਲਬ ਹੈ ਸਵਾਧਿਆਇ ਕਰਨਾ, ਯਾਨੀ ਆਪਣੇ ਆਪ ਦਾ ਅਧਿਐਨ ਕਰਨਾ, ਆਪਣੇ ਮਨ ਦੀ ਖੋਜ ਕਰਨੀ, ਬੰਦੇ ਖੋਜ ਦਿਲ ਹਰ ਰੋਜ਼, ਸੈਲਫ ਐਨਾਲਿਸਿਸ ਕਰਨਾ ਕਿ ਮੇਰੇ ਅੰਦਰ ਕਿਹੜੇ ਕਿਹੜੇ ਅਵਗੁਣ ਨੇ, ਮੈਂ ਮਾਨਸਿਕ ਤੌਰ ਤੇ ਕਿੱਥੇ ਖੜਾ ਹਾਂ, ਮੈਂ ਕਿੰਨਾ ਗੁਣਾਂ ਦਾ ਧਾਰਨੀ ਹੋ ਸਕਦਾ ਹਾਂ, ਮੇਰੇ ਅੰਦਰ ਕੀ ਦੋਸ਼ ਨੇ ਔਰ ਮੇਰੇ ਅੰਦਰ ਕੀ ਗੁਣ ਹੋਣੇ ਚਾਹੀਦੇ ਨੇ।
ਮੇਰੀ ਮੰਜ਼ਿਲ ਕੀ ਹੈ, ਮੇਰੇ ਅੰਦਰ ਪੋਸੀਬਿਲਿਟੀਜ਼ ਕੀ ਨੇ, ਮੇਰੇ ਅੰਦਰ ਕੀ ਸੰਭਾਵਨਾਵਾਂ ਨੇ, ਮੈਂ ਖੜਾ ਕਿੱਥੇ ਆ ਔਰ ਮੈਂ ਜਾਣਾ ਕਿੱਥੇ ਹੈ। ਮੈਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਖੜਾ ਹਾਂ ਤੇ ਮੇਰੇ ਅੰਦਰ ਤੇ ਪੋਸੀਬਿਲਿਟੀ ਹੈ ਕਿ ਮੈਂ ਸਤ ਸੰਤੋਖ ਦਇਆ ਧਰਮ ਦਾ ਧਾਰਨੀ ਬਣ ਸਕਦਾ ਹਾਂ। ਮੇਰੇ ਅੰਦਰ ਤੇ ਨੈਗੇਟਿਵਿਟੀ ਭਰੀ ਪਈ ਹੈ, ਪਰ ਜਦੋਂ ਮੈਂ ਖੋਜਾਂਗਾ ਤਾਂ ਫਿਰ ਮੈਨੂੰ ਸੰਭਾਵਨਾ ਦਿਸੇਗੀ ਕਿ ਮੈਂ ਤੇ ਪੋਜ਼ਿਟਿਵ ਹੋ ਸਕਦਾ ਹਾਂ। ਮੇਰੇ ਅੰਦਰ ਤਾਂ ਪੋਜ਼ਿਟਿਵਿਟੀ ਆ ਸਕਦੀ ਹੈ, ਮੇਰੇ ਅੰਦਰ ਤਾਂ ਵਿਲ ਪਾਵਰ ਪੈਦਾ ਹੋ ਸਕਦੀ ਹੈ। ਮੈਂ ਤੇ ਇੱਕ ਹਾਰਿਆ ਹੋਇਆ ਇਨਸਾਨ ਹਾਂ। ਜਦੋਂ ਅੰਦਰ ਵੇਖਾਂਗੇ ਹਾਰਿਆ ਹੋਇਆ ਹਾਂ ਤੇ ਫਿਰ ਅੰਦਰੋਂ ਆਵਾਜ਼ ਆਏਗੀ ਕਿ ਐਵੇਂ ਹੀ ਹਾਰਿਆ ਫਿਰਨਾ, ਤੇਰੇ ਅੰਦਰ ਤਾਂ ਜਿੱਤਣ ਦੀ ਪੋਸੀਬਿਲਿਟੀ ਹੈ, ਤੂੰ ਤਾਂ ਜਿੱਤ ਸਕਦਾ ਹੈ, ਚੜ੍ਹਦੀ ਕਲਾ ਵਿੱਚ ਜਾ ਸਕਦਾ ਹੈ। ਇਸੇ ਨੂੰ ਕਹਿੰਦੇ ਨੇ ਆਪਣੇ ਆਪੇ ਦੀ ਪਹਿਚਾਨ ਕਰਨੀ, ਕਿ ਸਾਡੇ ਅੰਦਰ ਕਿਹੜੇ ਗੁਣ ਔਰ ਕਿਹੜੇ ਦੋਸ਼ ਨੇ, ਉਹਨਾਂ ਦੋਸ਼ਾਂ ਨੂੰ ਦੂਰ ਕਰਨਾ ਔਰ ਗੁਣਾਂ ਦੇ ਧਾਰਨੀ ਹੋਣਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਗੁਰੂ ਦੀ ਮੱਤ ਲੈ ਕੇ ਆਪਣੇ ਆਪੇ ਦੀ ਪਹਿਚਾਨ ਕਰਦੇ ਨੇ, ਉਹਨਾਂ ਦੇ ਅੰਦਰ ਰੱਬੀ ਗੁਣਾਂ ਦਾ ਪ੍ਰਗਾਸ ਹੋ ਜਾਂਦਾ ਹੈ। ਪ੍ਰਗਾਸ ਦਾ ਮਤਲਬ ਅੰਦਰੋਂ ਗੁਣ ਪ੍ਰਗਟ ਹੋ ਜਾਂਦੇ ਨੇ। ਉਹ ਫਿਰ ਉਹਨਾਂ ਗੁਣਾਂ ਨੂੰ ਵਰਤੋਂ ਦੇ ਅੰਦਰ ਲਿਆਉਂਦੇ ਨੇ। ਅੰਦਰ ਗੁਣ ਤੇ ਸਾਡੇ ਸਾਰਿਆਂ ਦੇ ਨੇ, ਪਰ ਪ੍ਰਕਾਸ਼ ਨਹੀਂ ਨਾ ਹੋਇਆ। ਦੀਵਾ ਤੇ ਪਿਆ ਹੈ, ਬੱਤੀ ਵੀ ਹੈ, ਤੇਲ ਵੀ ਹੈ, ਲੇਕਿਨ ਕਮਰੇ 'ਚ ਹਨੇਰਾ ਹੈ। ਦੀਵੇ ਦੇ ਕੋਲ ਮਾਚਿਸ ਵੀ ਪਈ ਹੈ। ਹੁਣ ਕਸਰਤ ਕਿੰਨੀ ਕੁ ਹੈ, ਸਿਰਫ ਤੀਲੀ ਬਾਲ ਕੇ ਦੀਵੇ ਨੂੰ ਲਾਣੀ ਹੈ ਤੇ ਦੀਵਾ ਜਗਦਿਆਂ ਹੀ ਚਾਨਣ ਹੋ ਜਾਏਗਾ। ਪ੍ਰਕਾਸ਼ ਦਾ ਮਤਲਬ ਚਾਨਣਾ ਹੋ ਗਿਆ। ਇਸੇ ਤਰ੍ਹਾਂ ਸਾਡੇ ਅੰਦਰ ਗੁਣ ਤਾਂ ਹੈ ਨੇ, ਸਚਾਈ ਵੀ ਹੈ, ਦਇਆ ਵੀ ਹੈ, ਪ੍ਰੇਮ ਵੀ ਹੈ, ਬਸ ਇਹਨਾਂ ਦੀ ਵਰਤੋਂ ਕਰਨੀ ਹੈ। ਜਦੋਂ ਅਸੀਂ ਵਰਤੋਂ ਕਰਾਂਗੇ ਤਾਂ ਇਹੀ ਗੁਣਾਂ ਦਾ ਪ੍ਰਕਾਸ਼ ਹੈ ਕਿ ਅਸੀਂ ਉਹਨਾਂ ਨੂੰ ਵਰਤਣਾ ਸ਼ੁਰੂ ਕਰ ਦਿੱਤਾ। ਦੀਵੇ ਨੂੰ ਵਰਤਿਆ, ਚਾਨਣ ਹੋ ਗਿਆ। ਗੁਣਾਂ ਨੂੰ ਵਰਤਿਆ, ਸਾਡੇ ਅੰਦਰ ਸ਼ੁਭ ਗੁਣਾਂ ਦਾ ਚਾਨਣ ਹੋ ਗਿਆ, ਯਾਨੀ ਜੀਵਨ ਗੁਣਮਈ ਹੋ ਜਾਂਦਾ ਹੈ। ਸੱਚੋ ਸੱਚ ਕਮਾਵਣਾ, ਵਡਿਆਈ ਵੱਡੇ ਪਾਸ। ਫਿਰ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਨਾ, ਜਿਹਦੇ ਅੰਦਰ ਗੁਣਾਂ ਦਾ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਉਹਦਾ ਜੀਵਨ ਕੈਸਾ ਹੈ ਕਿ ਉਹ ਨਿਰੋਲ ਸੱਚ ਦੀ ਕਮਾਈ ਕਰਦਾ ਹੈ। ਸੱਚੋ ਸੱਚ ਕਮਾਉਣਾ, ਉਹ ਸੱਚ ਬੋਲਦਾ ਹੈ, ਸੱਚ ਸੁਣਦਾ ਹੈ, ਸੱਚ ਵੇਖਦਾ ਹੈ, ਸੱਚ ਦਾ ਸੰਗ੍ਰਹਿਣ ਕਰਦਾ ਹੈ, ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਹੋ ਜਾਂਦਾ ਹੈ। ਵਡਿਆਈ ਵੱਡੇ ਪਾਸ, ਤੇ ਉਹਨੂੰ ਵੱਡੇ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ। ਪ੍ਰਭੂ ਦੇ ਦਰ ਤੇ ਉਹ ਪ੍ਰਵਾਨ ਹੁੰਦਾ ਹੈ। ਸੰਸਾਰ ਦੇ ਅੰਦਰ ਉਹਨੂੰ ਮਾਣ ਆਦਰ ਸਤਿਕਾਰ ਮਿਲਦਾ ਹੈ, ਜੋ ਕੇਵਲ ਸੱਚ ਹੀ ਸੱਚ ਕਮਾਉਂਦਾ ਹੈ। ਜੀਓ ਪਿੰਡ ਸਭ ਤਿਸਕਾ, ਸਿਫਤ ਕਰੇ ਅਰਦਾਸ। ਜਿੰਦ ਤੇ ਸਰੀਰ ਸਭ ਕੁਝ ਪ੍ਰਭੂ ਦਾ ਜਾਣ ਕੇ ਤੇ ਰੱਬ ਦੀ ਸਿਫਤ ਸਲਾਹ ਕਰਦਾ ਹੈ ਔਰ ਰੱਬ ਦੇ ਅੱਗੇ ਬੇਨਤੀਆਂ ਕਰਦਾ ਹੈ, ਇਹ ਸਮਝ ਕੇ ਕਿ ਮੇਰੀ ਜਿੰਦ ਜਾਨ ਇਹ ਸਭ ਕੁਝ ਰੱਬ ਦਾ ਹੈ। ਰੱਬ ਦੀ ਸਿਫਤ ਸਲਾਹ ਕਰਦਾ ਹੈ, ਰੱਬ ਅੱਗੇ ਹੀ ਅਰਦਾਸ ਕਰਦਾ ਹੈ। ਹੁਣ ਦੇਖੋ, ਸਰੀਰ ਔਰ ਮਨ ਆਦਿਕ ਜੋ ਹੈ, ਇਹ ਰੱਬ ਦਾ ਸਮਝਣਾ ਜ਼ਬਾਨੀ ਨਹੀਂ। ਜ਼ਬਾਨੀ ਤਾਂ ਅਸੀਂ ਕਹਿ ਦਿੰਦੇ ਹਾਂ, ਰੋਜ਼ ਪੜ੍ਹਦੇ ਹਾਂ, ਜੀਓ ਪਿੰਡ ਸਭ ਤੇਰੀ ਰਾਸ, ਰੋਜ਼ ਅਰਦਾਸ ਕਰਦੇ ਹਾਂ, ਪਰ ਅਮਲੀ ਰੂਪ ਕੀ ਹੈ ਕਿ ਸਰੀਰ ਮਨ ਔਰ ਤਨ ਹੈ ਪ੍ਰਭੂ ਤੇਰਾ ਹੈ। ਜੇ ਅਸੀਂ ਰੱਬ ਦਾ ਸਮਝੀਏ ਨਾ ਸਰੀਰ, ਤਾਂ ਇਹਦਾ ਮਤਲਬ ਸਰੀਰ ਦੇ ਨਾਲ ਅਸੀਂ ਕੰਮ ਉਹ ਕਰਨੇ ਨੇ ਜੋ ਰੱਬ ਨੂੰ ਮਨਜ਼ੂਰ ਨੇ। ਜੇ ਸਰੀਰ ਰੱਬ ਦਾ ਹੈ ਨਾ, ਤੇ ਰੱਬ ਦੇ ਸਰੀਰ ਦੇ ਨਾਲ ਸ਼ਰਾਬ ਨਹੀਂ ਪੀਤਾ ਜਾ ਸਕਦਾ। ਰੱਬ ਸ਼ਰਾਬ ਥੋੜਾ ਪੀਵੇਗਾ। ਰੱਬ ਕੋਈ ਬੇਗਾਨੀ ਧੀ ਭੈਣ ਨੂੰ ਮਾੜੀ ਨਜ਼ਰ ਨਾਲ ਥੋੜੀ ਦੇਖੇਗਾ। ਰੱਬ ਬੇਗਾਨਾ ਹੱਕ ਥੋੜਾ ਖਾਏਗਾ। ਸਰੀਰ ਰੱਬ ਦਾ ਹੈ, ਇਹਦਾ ਮਤਲਬ ਸਰੀਰ ਨਾਲ ਕੰਮ ਉਹ ਕਰਨੇ ਜੋ ਕੰਮ ਰੱਬ ਨੂੰ ਪ੍ਰਵਾਨ ਹੈ। ਮਨ ਰੱਬ ਦਾ ਹੈ, ਤਾਂ ਜਿਹੜਾ ਰੱਬ ਹੈ ਉਹ ਕੋਈ ਈਰਖਾ ਦਵੇਸ਼ ਵਾਲੇ ਵਿਚਾਰ ਥੋੜੀ ਸੋਚੇਗਾ, ਉਹਦੇ ਅੰਦਰ ਨੈਗੇਟਿਵਿਟੀ ਥੋੜਾ ਆਏਗੀ। ਤਾਂ ਮਨ ਰੱਬ ਦਾ ਸਮਝਣਾ, ਇਹਦਾ ਮਤਲਬ ਮਨ ਕਰਕੇ ਰੱਬੀ ਗੁਣਾਂ ਦੀ ਵਿਚਾਰ ਕਰਨੀ। ਤੇ ਧਨ ਵੀ ਰੱਬ ਦਾ ਹੈ, ਤਾਂ ਰੱਬ ਦੇ ਧਨ ਦੇ ਨਾਲ ਕਤਲ ਨਹੀਂ ਕਰਾਏ ਜਾ ਸਕਦੇ ਸੁਪਾਰੀਆਂ ਦੇ ਕੇ। ਰੱਬ ਦੇ ਧਨ ਨਾਲ ਰਿਸ਼ਵਤ ਦੇ ਕੇ ਕਿਸੇ ਦਾ ਹੱਕ ਨਹੀਂ ਖਾਦਾ ਜਾ ਸਕਦਾ। ਇਹਦਾ ਮਤਲਬ ਧਨ ਦੀ ਵਰਤੋਂ ਐਵੇਂ ਕਰਨੀ ਜਿਵੇਂ ਰੱਬ ਨੂੰ ਮਨਜ਼ੂਰ ਹੈ। ਪ੍ਰਭੂ ਦੀ ਸਿਫਤ ਸਲਾਹ ਕਰਨੀ, ਪ੍ਰਭੂ ਦੇ ਚਰਨਾਂ ਵਿੱਚ ਬੇਨਤੀ ਕਰਨੀ, ਔਰ ਤਨ ਮਨ ਧਨ ਨੂੰ ਉਹ ਪ੍ਰਭੂ ਦਾ ਸਮਝਦਾ ਹੈ। ਸੱਚੇ ਸ਼ਬਦ ਸਾਲਾਹਣਾ, ਇਹਨੂੰ ਸਲਾਹਣਾ ਨਹੀਂ ਪੜਨਾ, ਸੱਸੇ ਨਾਲ ਕੰਨਾ ਲਾ ਕੇ। ਸੱਚੇ ਸ਼ਬਦ ਸਾਲਾਹਣਾ, ਸੁਖੇ ਸੁਖ ਨਿਵਾਸ। ਉਹ ਬੰਦਾ ਜਿਹੜਾ ਹੈ ਨਾ ਸ਼ਬਦ ਦੀ ਰਾਹੀਂ, ਸ਼ਬਦ ਦਾ ਮਤਲਬ ਗੁਰੂ ਦਾ ਉਪਦੇਸ਼, ਗੁਰੂ ਦਾ ਗਿਆਨ,
ਗੁਰੂ ਉਪਦੇਸ਼ ਰਾਹੀਂ ਉਹ ਸਦਾ ਥਿਰ ਪ੍ਰਭੂ ਦੀ ਸਿਫਤ ਕਰਦਾ ਹੈ, ਗੁਣ ਗਾਉਂਦਾ ਹੈ, ਗੁਣਾਂ ਦਾ ਧਾਰਨ ਨਹੀਂ ਹੁੰਦਾ ਹੈ, ਤੇ ਇਹਦਾ ਰਿਜ਼ਲਟ ਕੀ ਨਿਕਲਦਾ ਹੈ? ਸੁਖੇ ਸੁਖ ਨਿਵਾਸ। ਉਹਦਾ ਨਿਵਾਸ ਸੁਖ ਦੇ ਅੰਦਰ ਹੋ ਜਾਂਦਾ ਹੈ, ਭਾਵ ਕਿ ਉਹਦੀ ਜ਼ਿੰਦਗੀ ਦੇ ਅੰਦਰ ਸਰੀਰਕ, ਮਾਨਸਿਕ, ਬੌਧਿਕ, ਆਤਮਿਕ ਸੁਖ ਪੈਦਾ ਹੋ ਜਾਂਦੇ ਨੇ। ਜਪ ਤਪ ਸੰਜਮ ਮਨੈ ਮਾਹੇ, ਬਿਨ ਨਾਵੇਂ ਤ੍ਰਿਗ ਜੀਵਾਸ। ਤ੍ਰਿਗ ਦਾ ਮਤਲਬ ਫਿਟਕਾਰ ਯੋਗ, ਸੰਜਮ ਦਾ ਮਤਲਬ ਇੰਦਰੀਆਂ ਨੂੰ ਰੋਕਣ ਦਾ ਉਦਮ। ਹੁਣ ਜਪ ਤਪ ਸੰਜਮ ਮਨੈ ਮਾਹੇ, ਲੋਕ ਨਾ ਜਪ ਰਹੇ ਨੇ, ਤਪ ਰਹੇ ਨੇ, ਔਰ ਇੰਦਰੀਆਂ ਨੂੰ ਸਾਧਨ ਵਾਸਤੇ ਸੰਜਮ ਕਰ ਰਹੇ ਨੇ। ਗੁਰੂ ਜੀ ਕਹਿੰਦੇ ਨੇ ਇਹ ਜਪ ਤਪ ਸੰਜਮ ਦੀ ਕੋਈ ਜ਼ਰੂਰਤ ਨਹੀਂ ਹੈ। ਜਪ ਤਪ ਸੰਜਮ ਮਨੈ ਮਾਹੇ, ਮਨ ਦੇ ਅੰਦਰ ਰੱਬੀ ਗੁਣਾਂ ਨੂੰ ਵਸਾਣਾ ਹੀ ਜਪ ਤਪ ਸੰਜਮ। ਸਤ ਸੰਤੋਖ ਦਇਆ ਧਰਮ ਦੇ ਧਾਰਨੀ ਹੋ ਜਾਣਾ ਹੀ ਜਪ ਤਪ ਸੰਜਮ ਹੈ। ਰੱਬੀ ਹੁਕਮ ਦੀ ਪ੍ਰੀਤ ਨੂੰ ਮਨ ਵਿੱਚ ਵਸਾਣਾ ਹੀ ਜਪ ਤਪ ਸੰਜਮ ਹੈ। ਤਾਂ ਜੋ ਗੁਰੂ ਦਾ ਪਿਆਰਾ ਹੈ ਉਹ ਆਪਣੇ ਹਿਰਦੇ ਅੰਦਰ, ਆਪਣੀ ਸੋਚ ਦੇ ਅੰਦਰ ਰੱਬੀ ਗੁਣਾਂ ਨੂੰ ਵਸਾਉਂਦਾ ਹੈ। ਇਹੀ ਉਹਦੇ ਲਈ ਜਪ ਤਪ ਹੈ। ਬਿਨ ਨਾਮੈ ਤ੍ਰਿਗ ਜੀਵਾਸ, ਬਿਨਾਂ ਰੱਬੀ ਗੁਣਾਂ ਤੋਂ ਜੀਣਾ ਉਹਦੇ ਵਾਸਤੇ ਲਾਨਤ ਹੈ, ਫਿਟਕਾਰ ਯੋਗ ਹੈ ਉਹ ਜ਼ਿੰਦਗੀ ਜੋ ਰੱਬੀ ਗੁਣਾਂ ਨੂੰ ਵਿਸਾਰ ਕੇ ਜੀਵੀ ਜਾਂਦੀ ਹੈ। ਹੁਣ ਇਹ ਨਾਮ ਜਾਂ ਰੱਬੀ ਹੁਕਮ ਦੀ ਸੂਝ ਕਿੱਥੋਂ ਮਿਲੇਗੀ? ਗੁਰੂ ਜੀ ਕਹਿੰਦੇ ਨੇ ਗੁਰਮਤੀ ਨਾਉ ਪਾਈਐ, ਮਨਮੁਖ ਮੋਹ ਵਿਨਾਸ਼। ਇਹਨੂੰ ਮੋਹੇ ਨਹੀਂ ਪੜਨਾ, ਇਹਦਾ ਮਤਲਬ ਹੈ ਮੋਹ ਵਿੱਚ। ਜਿੱਥੇ ਮੋਹੇ ਦਾ ਮਤਲਬ ਹੋਏਗਾ ਨਾ ਮੈਂ, ਲਿਖਿਆ ਐਵੇਂ ਹੀ ਹੋਏਗਾ, ਮੰਮੇ ਨਾਲ ਹੋੜਾ ਹਾਹੇ ਨਾਲ ਸਿਹਾਰੀ, ਮੋਹੇ। ਜਿੱਥੇ ਇਹਦਾ ਮੀਨਿੰਗ ਹੋਏਗਾ ਮੈਂ, ਉੱਥੇ ਇਹਨੂੰ ਪੜਨਾ ਹੈ ਮੋਹੇ, ਤੇ ਜਿੱਥੇ ਇਹਦਾ ਮੀਨਿੰਗ ਹੋਏਗਾ ਮੋਹ ਵਿੱਚ, ਉੱਥੇ ਇਹਨੂੰ ਮੋਹ ਪੜਨਾ ਹੈ। ਇੱਥੇ ਮੀਨਿੰਗ ਹੈ ਮੋਹ ਵਿੱਚ, ਮਨਮੁਖ ਮੋਹ ਵਿਨਾਸ਼। ਗੁਰਮਤੀ ਨਾਉ ਪਾਈ ਹੈ, ਗੁਰੂ ਦੀ ਮੱਤ ਦੇ ਧਾਰਨੀ ਹੋ ਕੇ ਪ੍ਰਭੂ ਦੇ ਹੁਕਮ ਦੀ ਸੂਝ ਮਿਲਦੀ ਹੈ, ਪ੍ਰਭੂ ਦੇ ਹੁਕਮ ਤੇ ਚੱਲਣ ਦੀ ਜਾਚ ਆਉਂਦੀ ਹੈ। ਮਨਮੁਖ ਮੋਹ ਵਿਨਾਸ਼, ਪਰ ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ ਆਪ ਖੁਦਰਾ ਮਨੁੱਖ ਹੈ, ਮੋਹ ਦੇ ਵਿੱਚ ਪੈ ਕੇ ਉਹਦਾ ਆਤਮਿਕ ਜੀਵਨ ਦਾ ਵਿਨਾਸ਼ ਹੋ ਜਾਂਦਾ ਹੈ, ਉਹਦੀਆਂ ਖੁਸ਼ੀਆਂ ਖਤਮ ਹੋ ਜਾਂਦੀਆਂ ਨੇ, ਉਹ ਆਤਮਿਕ ਮੌਤ ਤੇ ਮਰ ਜਾਂਦਾ ਹੈ। ਇਸ ਲਈ ਬੇਨਤੀ ਕਰਨਾ ਸਿਖਾ ਰਹੇ ਨੇ, ਜਿਉਂ ਭਾਵੈ ਤਿਉਂ ਰਾਖ ਤੂੰ ਨਾਨਕ ਤੇਰਾ ਦਾਸ। ਗੁਰੂ ਜੀ ਕਹਿੰਦੇ ਨੇ ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਸਹਾਇਤਾ ਕਰ, ਮੈਂ ਤੇਰਾ ਸੇਵਕ ਹਾਂ। ਯਾਨੀ ਪ੍ਰੋਮਿਸ ਸਾਨੂੰ ਕਰਨੀ ਸਿਖਾ ਰਹੇ ਨੇ ਕਿ ਅਸੀਂ ਰੱਬੀ ਹੁਕਮ ਦੇ ਵਿੱਚ ਤੁਰਨਾ ਹੈ, ਪ੍ਰਭੂ ਦੇ ਦਾਸ ਬਣਨਾ ਹੈ, ਕਿ ਜਿਵੇਂ ਤੈਨੂੰ ਪਾਉਂਦਾ ਹੈ ਉਵੇਂ ਰੱਖ, ਯਾਨੀ ਆਪਣੇ ਭਾਣੇ ਵਿੱਚ ਤੋਰ। ਭਾਵ ਕਿ ਮੈਂ ਤੇਰੀ ਰਜ਼ਾ ਭਾਣੇ ਦੇ ਅੰਦਰ ਤੁਰਾਂ, ਤੇਰਾ ਦਾਸ ਹਾਂ। ਤੇ ਦਾਸ ਦਾ ਮਤਲਬ ਹੀ ਇਹ ਹੈ ਜਿਸ ਨੇ ਕੇਵਲ ਹੁਕਮ ਮੰਨਣਾ ਹੈ। ਦਾਸ ਦੀ ਆਪਣੀ ਕੋਈ ਮਰਜ਼ੀ ਨਹੀਂ ਹੈ, ਦਾਸ ਹੁਕਮ ਮੰਨਣ ਵਾਲਾ ਹੈ। ਤਾਂ ਮਾਲਕ ਮੇਰੇ ਤੇ ਰਹਿਮਤ ਕਰ, ਮੈਂ ਤੇਰੇ ਹੁਕਮ ਦੇ ਅੰਦਰ ਚੱਲ ਸਕਾਂ। ਸਭ ਕੋ ਤੇਰਾ ਤੂੰ ਸਭਸ ਦਾ, ਤੂੰ ਸਭਨਾ ਰਾਸ। ਇਹ ਹਰੀ ਹਰ ਜੀਵ ਤੇਰਾ ਬਣਾਇਆ ਹੋਇਆ ਹੈ, ਔਰ ਤੂੰ ਸਾਰਿਆਂ ਦਾ ਮਾਲਕ ਹੈ, ਤੇ ਸਾਰਿਆਂ ਦਾ ਤੂੰ ਖਜ਼ਾਨਾ ਹੈ। ਰਾਸ ਦਾ ਮਤਲਬ ਪੂੰਜੀ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਤੂੰ ਹੀ ਹੈ। ਹਰ ਜੀਵ ਤੇਰਾ ਹੈ, ਤੂੰ ਸਾਰਿਆਂ ਦਾ ਹੈ, ਸਾਰਿਆਂ ਨੂੰ ਰਾਸ ਪੂੰਜੀ ਦੇਣ ਵਾਲਾ ਹੈ। ਰੱਬ ਕਿਸੇ ਦੇ ਪਿਓ ਦੀ ਪ੍ਰੋਪਰਟੀ ਨਹੀਂ ਹੈ। ਆਪਨ ਬਾਪੈ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ। ਸਾਰੇ ਤੇਰੇ ਨੇ, ਤੂੰ ਸਾਰਿਆਂ ਦਾ ਹੈ, ਤੂੰ ਸਾਰਿਆਂ ਨੂੰ ਰਾਸ ਪੂੰਜੀ ਦੇਣ ਵਾਲਾ ਹੈ। ਦੇਖੋ ਇੱਕੋ ਹੀ ਸਿਸਟਮ ਵਿੱਚ ਅਸੀਂ ਜੀ ਰਹੇ ਹਾਂ, ਇੱਕੋ ਹੀ ਸਿਸਟਮ ਦੇ ਅੰਦਰ ਜੋ ਵੀ ਸਾਨੂੰ ਮਿਲ ਰਿਹਾ ਹੈ ਉਹ ਮਿਲ ਰਿਹਾ ਹੈ। ਸਭ ਤੁਧੇ ਪਾਸੋਂ ਮੰਗਦੇ, ਨਿਤ ਕਰ ਅਰਦਾਸ। ਸਾਰੇ ਹੀ ਤੇਰੇ ਪਾਸੋਂ ਮੰਗਦੇ ਨੇ, ਅਰਜ਼ੋਈ ਕਰਦੇ ਨੇ। ਹੁਣ ਤੇਰੇ ਪਾਸੋਂ ਮੰਗਣ ਦਾ ਭਾਵ ਕੀ ਹੈ? ਜੇ ਅਸੀਂ ਚਾਹੀਏ ਕਿ ਰੱਬੀ ਸਿਸਟਮ ਤੋਂ ਬਾਹਰ ਸਾਨੂੰ ਕੁਝ ਮਿਲ ਜਾਏ ਤਾਂ ਮਿਲ ਨਹੀਂ ਸਕੇਗਾ। ਮੰਗ ਕੇ ਦੇਖ ਲਓ, ਕਿਸੇ ਦੇਵੀ ਤੋਂ, ਦੇਵਤੇ ਤੋਂ, ਪੀਰ ਤੋਂ, ਕਬਰ ਤੋਂ, ਮੜੀ ਤੋਂ, ਬਾਬੇ ਤੋਂ, ਜੋਤਸ਼ੀ ਤੋਂ, ਉਹਨੂੰ ਕਹਿ ਕੇ ਦੇਖ ਲਓ ਕਿ ਜੋਤਸ਼ੀ ਜੀ ਜਾਂ ਬਾਬਾ ਜੀ ਜਾਂ ਮੜੀ ਕਬਰ ਜੀ, ਪੀਰ ਜੀ, ਅੱਜ ਸੂਰਜ 1 ਘੰਟਾ ਲੇਟ ਉਗਾ ਦਿਓ, 1 ਘੰਟਾ ਲੇਟ ਉਗਾ ਦਿਓ। ਤਾਂ ਕਿ ਕੋਈ ਸੂਰਜ ਨੂੰ 1 ਘੰਟਾ ਲੇਟ ਕਰ ਸਕਦਾ ਹੈ? 1 ਮਿੰਟ ਵੀ ਨਹੀਂ ਕਰ ਸਕਦਾ, 1 ਸੈਕਿੰਡ ਵੀ ਨਹੀਂ ਕਰ ਸਕਦਾ। ਤਾਂ ਸਾਰੇ ਰੱਬੀ ਰਜ਼ਾ ਵਿੱਚ ਨਾ, ਉਹਦੇ ਤੋਂ ਮੰਗ ਰਹੇ ਨੇ, ਉਹਦੀ ਰਜ਼ਾ ਦੇ ਵਿੱਚ ਹੀ ਨੇ ਸਾਰੇ। ਤਾਂ ਇਹ ਮਾਲਕ ਸਾਰੇ ਤੇਰੇ ਤੋਂ ਹੀ ਮੰਗ ਰਹੇ ਨੇ, ਸਾਰੇ ਤੇਰੀ ਰਜ਼ਾ ਦੇ ਵਿੱਚ ਨੇ।
ਤਾਂ ਇੱਥੇ ਸਾਨੂੰ ਇੱਕ ਵਿਸ਼ਵਾਸ ਵੀ ਦਿਵਾਇਆ ਜਾ ਰਿਹਾ ਹੈ ਕਿ ਰੱਬੀ ਰਜ਼ਾ ਤੋਂ ਬਾਹਰ ਕੁਝ ਨਹੀਂ ਮਿਲ ਸਕਦਾ। ਜੇ ਨਹੀਂ ਤਾਂ ਤੁਸੀਂ ਮੰਗ ਕੇ ਅਜਮਾ ਕੇ ਵੇਖ ਸਕਦੇ ਹੋ। ਹਾਂ, ਇਹ ਗੱਲ ਵੱਖਰੀ ਹੈ ਕਿ ਸਾਡੇ ਅੰਦਰ ਵਹਿਮ ਕੰਮ ਕਰਦੇ ਨੇ, ਸਾਡੇ ਅੰਦਰ ਵਹਿਮ ਕੰਮ ਕਰਦੇ ਨੇ ਕਿ ਮੈਂ ਪੀਰ ਬਾਬੇ ਅੱਗੇ ਅਰਦਾਸ ਕੀਤੀ ਸੀ ਤੇ ਤਾਂ ਮੇਰਾ ਟਰੱਕ ਆ ਗਿਆ। ਤਾਂ ਇਸ ਵਹਿਮ ਵੱਖਰੀ ਚੀਜ਼ ਹੈ। ਲੇਕਿਨ ਜੇ ਕੋਈ ਚਾਹੇ ਕਿ ਰੱਬੀ ਸਿਸਟਮ ਨੂੰ ਕੋਈ ਬਦਲ ਦੇਵੇ, ਐਸਾ ਨਾ ਕਦੇ ਹੋਇਆ, ਨਾ ਕਦੇ ਹੋਵੇਗਾ। ਹਰ ਇਨਸਾਨ ਨੂੰ ਰੱਬੀ ਹੁਕਮ ਦੇ ਅੰਦਰ ਹਰ ਸ਼ੈ ਮਿਲਦੀ ਹੈ ਬਾਹਰ। ਜਿਸ ਤੂੰ ਦੇਹ ਤਿਸ ਸਭ ਕਿਛ ਮਿਲੇ, ਇੱਕ ਨਾ ਦੂਰ ਹੈ ਪਾਸ। ਕਿ ਜਿਸ ਨੂੰ ਤੂੰ ਦੇਣਾ ਹੈ ਉਹਨੂੰ ਸਭ ਕੁਝ ਮਿਲਦਾ ਹੈ। ਇਹਦਾ ਮਤਲਬ ਜੋ ਰੱਬੀ ਰਜ਼ਾ ਦੇ ਵਿੱਚ ਚੱਲ ਰਿਹਾ ਹੈ, ਜਿਸ ਨੂੰ ਤੂੰ ਰੱਬੀ ਰਜ਼ਾ ਵਿੱਚ ਰੱਖ ਰਿਹਾ ਹੈ, ਉਹਨੂੰ ਸਭ ਕੁਝ ਮਿਲ ਜਾਂਦਾ ਹੈ। ਹੁਣ ਦੇਖੋ, ਰੱਬੀ ਰਜ਼ਾ ਦੇ ਵਿੱਚ ਜੇ ਤੁਸੀਂ ਤੁਰੋ, ਮੈਂ ਤੁਰਾਂ, ਤਾਂ ਸਾਨੂੰ ਹਰ ਸ਼ੈ ਮਿਲੇਗੀ। ਕਿਵੇਂ ਮਿਲੇਗੀ? ਜਿਵੇਂ ਸੱਚ ਹੈ, ਤਾਂ ਜੇ ਮੈਂ ਸੱਚ ਬੋਲਣਾ ਚਾਹਾਂ ਤਾਂ ਮੈਨੂੰ ਸੱਚ ਮਿਲ ਜਾਏਗਾ। ਮੈਨੂੰ ਰੱਬ ਨੇ ਥੋੜਾ ਕਹਿਣਾ ਮੈਂ ਤੈਨੂੰ ਸੱਚ ਨਹੀਂ ਬੋਲਣ ਦੇਣਾ। ਜੇ ਮੈਂ ਪ੍ਰੇਮ ਨਾਲ ਰਹਿਣਾ ਚਾਹਾਂ ਤਾਂ ਰੱਬ ਮੈਨੂੰ ਇਹ ਨਹੀਂ ਕਹੇਗਾ ਕਿ ਤੂੰ ਪ੍ਰੇਮ ਦੇ ਨਾਲ ਨਹੀਂ ਰਹਿ ਸਕਦਾ। ਇਸ ਲਈ ਜੋ ਰਜ਼ਾ ਦੇ ਅੰਦਰ ਤੁਰਦੇ ਨੇ, ਉਹਨਾਂ ਨੂੰ ਤੂੰ ਦਿੰਦਾ ਹੈ, ਉਹਨਾਂ ਨੂੰ ਸਭ ਕੁਝ ਮਿਲਦਾ ਹੈ। ਪਰ ਇੱਕ ਨਾ ਦੂਰ ਹੈ ਪਾਸ। ਪਾਸ ਦਾ ਮਤਲਬ ਨੇੜੇ ਹੁੰਦਿਆਂ ਹੋਇਆਂ। ਇੱਕ ਨਾ ਦਾ ਮਤਲਬ ਕਈਆਂ ਨੂੰ, ਕਿ ਹੇ ਮਾਲਕ, ਨੇੜੇ ਹੁੰਦਿਆਂ ਹੋਇਆਂ ਵੀ ਕਈਆਂ ਨੂੰ ਤੂੰ ਦੂਰ ਪਾਸਤਾ ਹੈ। ਤੈਨੂੰ ਉਹ ਦੂਰ ਸਮਝਦੇ ਨੇ, ਨੇੜੇ ਹੁੰਦਿਆਂ ਹੋਇਆਂ ਵੀ। ਦੇਖੋ, ਘੱਟ ਘੱਟ ਮੈਂ ਹਰਜੂ ਵਸਿਆ, ਲੇਕਿਨ ਅਸੀਂ ਇੱਕ ਦੂਜੇ ਵਿੱਚ ਰੱਬ ਨੂੰ ਵੇਖ ਨਹੀਂ ਰਹੇ। ਸੱਚ ਸਾਡੇ ਨੇੜੇ ਹੈ, ਦਇਆ ਸਾਡੇ ਨੇੜੇ ਹੈ, ਪ੍ਰੇਮ ਸਾਡੇ ਨੇੜੇ ਹੈ, ਸੁੱਖ ਸਾਡੇ ਨੇੜੇ ਹੈ, ਪਰ ਅਸੀਂ ਇਹਨਾਂ ਖੁਸ਼ੀਆਂ ਨੂੰ ਮਾਣ ਨਹੀਂ ਰਹੇ। ਅਸੀਂ ਇਹਨਾਂ ਨੂੰ ਦੂਰ ਸਮਝੀ ਬੈਠੇ ਹਾਂ। ਅਸੀਂ ਇਹਨਾਂ ਨੂੰ ਦੂਰ ਸਮਝੀ ਬੈਠੇ ਹਾਂ। ਚਾਰਲੀ ਚੈਪਲਿਨ, ਜਿਹੜਾ ਲੋਕਾਂ ਨੂੰ ਬਹੁਤ ਹਸਾਉਂਦਾ ਸੀ ਔਰ ਬੜਾ ਮਸ਼ਹੂਰ ਕਲਾਕਾਰ ਸੀ, ਇੱਕ ਵਾਰੀ ਉਹਨੇ ਸਟੇਜ ਦੇ ਉੱਤੇ ਨਾ ਇੱਕ ਜੋਕ ਸੁਣਾਇਆ, ਚੁਟਕਲਾ। ਲੋਕ ਬੜਾ ਹੱਸੇ। ਉਹਨੇ ਦੁਬਾਰਾ ਫਿਰ ਸੁਣਾਇਆ, ਦੁਬਾਰਾ ਅੱਧੇ ਕੁ ਲੋਕ ਹੱਸੇ। ਤੀਜੀ ਵਾਰੀ ਫਿਰ ਉਹਨੇ ਉਹ ਚੁਟਕਲਾ ਸੁਣਾਇਆ, ਇੱਕ ਦੋ ਹੱਸੇ। ਤੇ ਚੌਥੀ ਵਾਰੀ ਫਿਰ ਉਹਨੇ ਉਹ ਚੁਟਕਲਾ ਸੁਣਾਇਆ, ਕੋਈ ਨਹੀਂ ਹੱਸਿਆ। ਸਗੋਂ ਲੋਕ ਨਾ ਪਰੇਸ਼ਾਨ ਹੋ ਗਏ ਵੀ ਇਹ ਅੱਜ ਕੀ ਕਮਲ ਕੁੱਟਦਾ ਪਿਆ, ਵੀ ਇੱਕੋ ਹੀ ਗੱਲ ਨੂੰ ਬਾਰ-ਬਾਰ ਸੁਣਾਈ ਜਾ ਰਿਹਾ। ਤੇ ਉਹਨੇ ਬਹੁਤ ਵਧੀਆ ਚੀਜ਼ ਸੁਣਾਈ। ਕਹਿੰਦਾ, ਦੇਖੋ, ਇੱਕ ਚੁਟਕਲਾ ਸੁਣਾਇਆ, ਤੁਸੀਂ ਇੱਕ ਵਾਰੀ ਖੁਸ਼ ਹੋ ਕੇ ਹੱਸੇ ਹੋ ਨਾ? ਕਹਿਣ ਲੱਗੇ ਹਾਂ। ਕਹਿੰਦੇ, ਦੂਜੀ ਵਾਰੀ ਕਿਉਂ ਨਹੀਂ? ਦੂਜੀ ਵਾਰੀ ਘੱਟ ਹੱਸੇ, ਤੀਜੀ ਚੌਥੀ ਵਾਰੀ ਹੁਣ ਕੋਈ ਵੀ ਨਹੀਂ ਹੱਸ ਰਿਹਾ। ਜੇ ਮੈਂ ਹੋਰ ਸੁਣਾਵਾਂ ਤੁਸੀਂ ਪਰੇਸ਼ਾਨ ਹੋ ਜਾਓਗੇ, ਨਹੀਂ ਹੱਸੋਗੇ ਨਾ? ਕਹਿੰਦਾ ਨਹੀਂ। ਕਹਿੰਦਾ, ਫਿਰ ਇੱਕ ਵਾਰੀ ਜਿਹੜੀ ਪਰੇਸ਼ਾਨੀ ਆ ਗਈ, ਉਹਦੇ ਤੋਂ ਸਾਰੀ ਜ਼ਿੰਦਗੀ ਪਰੇਸ਼ਾਨ ਕਿਉਂ ਹੋਏ ਰਹਿੰਦੇ? ਜਦੋਂ ਇੱਕ ਚੁਟਕਲੇ ਤੋਂ ਤੁਸੀਂ ਦੁਬਾਰਾ ਨਹੀਂ ਹੱਸਦੇ, ਤਾਂ ਜਿਹੜੀ ਇੱਕ ਪਰੇਸ਼ਾਨੀ ਹੋ ਗਈ, ਉਹਦੇ ਤੋਂ ਦੁਬਾਰਾ ਕਿਉਂ ਤੁਸੀਂ ਪਰੇਸ਼ਾਨ ਹੋਈ ਫਿਰਦੇ ਹੋ? ਸਾਰੀ ਜ਼ਿੰਦਗੀ ਤੁਸੀਂ ਆ ਵੱਟ ਮੱਥੇ ਤੇ ਪਾ ਕੇ ਫਿਰਦੇ ਹੋ। ਹੱਸ ਲਿਆ ਕਰੋ, ਖੁਸ਼ ਹੋ ਲਿਆ ਕਰੋ, ਪਰੇਸ਼ਾਨੀਆਂ ਕਿਉਂ ਚੁੱਕੀ ਫਿਰਦੇ ਹੋ? ਤਾਂ ਜ਼ਰੂਰਤ ਹੈ ਕਿ ਅਸੀਂ, ਖੁਸ਼ੀ ਸਾਡੇ ਨਜ਼ਦੀਕ ਹੈ, ਪਰ ਅਸੀਂ ਖੁਸ਼ੀ ਨੂੰ ਦੂਰ ਸਮਝੀ ਬੈਠੇ ਹਾਂ। ਜਿਵੇਂ ਆ ਤੁਸੀਂ ਗੱਲ ਕਰ ਰਹੇ ਸੀ ਨਾ ਥੋੜੀ ਦੇਰ ਪਹਿਲਾਂ, ਕਿ ਸਾਡਾ ਤੇ ਐਵੇਂ ਬਣਾ ਦਿੱਤਾ ਵੀ ਧਰਮੀ ਲੋਕ ਉਹ ਹੈ ਜਿਹੜਾ ਮੂੰਹ ਲਟਕਾ ਕੇ ਤੁਰਿਆ ਫਿਰੇ। ਜੇ ਉਹ ਹੱਸ ਪਿਆ ਤੇ ਸਮਝੋ ਧਰਮੀ ਨਹੀਂ ਰਿਹਾ, ਖੁਸ਼ ਹੋ ਗਿਆ ਤੇ ਧਰਮੀ ਨਹੀਂ ਰਿਹਾ। ਧਰਮੀ ਹੈ ਹੀ ਉਹ ਜਿਹਨੇ ਮੂੰਹ ਲਟਕਾਇਆ ਹੈ ਤੇ ਢਿੱਲੇ ਜਿਹੇ ਕੱਪੜੇ ਪਾਏ ਨੇ ਤੇ ਘੂਰੀਆਂ ਵੱਟ ਕੇ ਬੈਠਾ ਹੈ। ਇਹ ਨਹੀਂ ਹੈ। ਖੁਸ਼ੀ ਸਾਡੇ ਨਜ਼ਦੀਕ ਹੈ, ਅਸੀਂ ਉਹਨੂੰ ਮਾਣ ਨਹੀਂ ਰਹੇ। ਸੱਚ ਸਾਡੇ ਨੇੜੇ ਹੈ, ਸੱਚ ਅਸੀਂ ਬੋਲ ਨਹੀਂ ਰਹੇ। ਇੱਕ ਨਾ ਦੂਰ ਹੈ ਪਾਸ। ਨੇੜੇ ਹੁੰਦਿਆਂ ਹੋਇਆਂ ਵੀ ਕਈਆਂ ਤੋਂ ਤੂੰ ਦੂਰ ਹੈ, ਕਿਉਂਕਿ ਉਹਨਾਂ ਨੇ ਤੈਨੂੰ ਸਮਝ ਹੀ ਦੂਰ ਲਿਆ ਹੈ। ਉਹ ਵਰਤ ਹੀ ਨਹੀਂ ਰਹੇ ਨਾ। ਸੱਚਾਈ, ਦਇਆ, ਧਰਮ, ਧੀਰਜ, ਗਿਆਨ, ਖੁਸ਼ੀਆਂ, ਆਨੰਦ, ਖੇੜਾ, ਪ੍ਰਸੰਨਤਾ, ਆਪਣਾ ਆਪਣਾਪਨ ਕਿੰਨਾ ਨੇੜੇ ਹੈ, ਪਰ ਲੋਕਾਂ ਨੇ ਇਹਨੂੰ ਦੂਰ ਸਮਝ ਲਿਆ ਹੈ। ਅਖੀਰਲਾ ਬਚਨ ਕਰਦੇ ਨੇ, ਤੁਧ ਬਾਝੋਂ ਥਾਉ ਕੋ ਨਾਹੀ, ਜਿਸ ਪਾਸੋਂ ਮੰਗੀ ਹੈ, ਮਨ ਵੇਖੋ ਕੋ ਨਿਰਦਾਸ। ਨਿਰਦਾਸ ਦਾ ਮਤਲਬ ਨਿਰਣਾ ਕਰ। ਹੁਣ ਤੁਸੀਂ ਆਪਣੇ ਤੌਰ ਤੇ, ਆਪਣੇ ਬੇਸ ਤੇ ਵਿਚਾਰ ਕੇ ਵੇਖ ਲਓ। ਗੁਰੂ ਜੀ ਕਹਿੰਦੇ ਨੇ, ਆਪਣੇ ਮਨ 'ਚ ਵਿਚਾਰ ਕੇ ਵੇਖ ਲਓ, ਆਪਣੇ ਨਿੱਜੀ ਤਜਰਬੇ ਨਾਲ ਵੇਖ ਲਓ, ਪਰਸਨਲ ਰਾਏ ਤੁਹਾਡੀ ਕੀ ਹੈ। ਤੁਧ ਬਾਝੋਂ ਥਾਉ ਕੋ ਨਾਹੀ, हे ਪ੍ਰਭੂ, ਤੇਰੇ ਤੋਂ ਬਿਨਾ ਹੋਰ ਕੋਈ ਥਾਂ ਹੈ ਹੀ ਨਹੀਂ। ਜਿਸ ਪਾਸੋਂ ਮੰਗੀਏ, ਜਿਹਦੇ ਤੋਂ ਮੰਗੀਏ, ਮਨ ਵੇਖੋ ਕੋ ਨਿਰਦਾਸ। ਮਨ ਦੇ ਵਿੱਚ ਨਿਰਣਾ ਕਰਕੇ ਵੇਖ ਲਓ, ਕੋਈ ਥਾਂ ਹੈ? ਕੋਈ ਦੇਵੀ, ਕੋਈ ਦੇਵਤਾ, ਕੋਈ ਮੜੀ, ਕੋਈ ਕਬਰ, ਕੋਈ ਪੀਰ, ਕੋਈ ਬਾਬਾ, ਕੋਈ ਵਰਤ, ਕੋਈ ਨਰਾਤਾ, ਕੋਈ ਸਰਾਧ, ਕੋਈ ਤੀਰਥ, ਕੋਈ ਜਪ ਤਪ ਸੰਜਮ ਤੁਹਾਨੂੰ ਖੁਸ਼ੀ ਦੇ ਸਕਦਾ ਹੈ। ਖੁਸ਼ੀ ਤਾਂ ਰੱਬੀ ਰਜ਼ਾ ਦੇ ਵਿੱਚ ਹੈ।
ਖੁਸ਼ੀ ਤਾਂ ਗੁਣਾਂ ਦੇ ਨਾਲ ਹੈ, ਜੇ ਗੁਣਾਂ ਦੇ ਨਾਲ ਜੁੜਾਂਗੇ ਤਾਂ ਹੈ। ਤਾਂ ਇਸ ਲਈ ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ ਤੇਰੇ ਤੋਂ ਬਿਨਾਂ ਕੋਈ ਥਾਂ ਨਹੀਂ ਜਿੱਥੋਂ ਅਸੀਂ ਖੁਸ਼ੀ ਲੈ ਸਕੀਏ। ਤੇ ਉਹ ਜਿਹੜਾ ਖੁਸ਼ੀ ਦੇਣ ਵਾਲਾ ਹੈ ਸਾਡੇ ਸਾਰਿਆਂ ਦੇ ਅੰਦਰ ਬੈਠਾ ਹੈ। ਗੁਰੂ ਜੀ ਦਾ ਪਾਵਨ ਬਚਨ ਹੈ ਨਾ, ਘਟ ਘਟ ਮੈਂ ਹਰ ਜੂ ਬਸੈ। ਇਸ ਲਈ ਜੇ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਦੁਨੀਆ ਦੇ ਅੰਦਰ ਇੱਕ ਬੰਦਾ ਹੈ ਜੋ ਤੁਹਾਨੂੰ ਖੁਸ਼ ਰੱਖ ਸਕਦਾ ਹੈ। ਤੇ ਜੇ ਉਸ ਬੰਦੇ ਨੂੰ ਮਿਲਣਾ ਚਾਹੁੰਦੇ ਹੋ ਤਾਂ ਸ਼ੀਸ਼ੇ ਅੱਗੇ ਖਲੋ ਕੇ ਦੇਖੋ, ਤੁਹਾਨੂੰ ਸਾਹਮਣੇ ਖੜਾ ਦਿਸੇਗਾ। ਦੂਜਾ ਤੁਹਾਨੂੰ ਕੋਈ ਖੁਸ਼ ਨਹੀਂ ਰੱਖ ਸਕਦਾ। ਤੁਹਾਡਾ ਆਪਣਾ ਆਪਾ ਹੀ ਅੰਦਰ ਰੱਬ ਹੈ। ਉਹਨੂੰ ਅੰਦਰੋਂ ਮਹਿਸੂਸ ਕਰੋ, ਉਹਨਾਂ ਗੁਣਾਂ ਨੂੰ ਅੰਦਰੋਂ, ਉਹਨਾਂ ਗੁਣਾਂ ਦੇ ਧਾਰਨੀ ਹੋ ਤਾਂ ਤੇਰੇ ਤੋਂ ਬਿਨਾ ਕੋਈ ਨਹੀਂ। ਮਨ ਦੇ ਵਿੱਚ ਨਿਰਣਾ ਕਰਕੇ ਵੀ ਵੇਖ ਲਓ। ਸਭ ਤੁਝੇ ਨੂੰ ਸਲਾਹੰਦੇ ਦਰ ਗੁਰਮੁਖਾਂ ਨੂੰ ਅਰਗਾਸ। हे ਪ੍ਰਭੂ ਵੈਸੇ ਤਾਂ ਤੇਰੀ ਸਿਫਤ ਸਾਰੇ ਕਰਦੇ ਨੇ, ਕਹਿੰਦੇ ਸਾਰੇ ਹੀ ਇਹ ਨੇ ਕਿ ਰੱਬ ਹੀ ਖੁਸ਼ੀਆਂ ਦੇਣ ਵਾਲਾ ਹੈ, ਰੱਬ ਹੀ ਸਭ ਕੁਝ ਦੇਣ ਵਾਲਾ ਹੈ। ਇਹ ਗੱਲ ਕਹਿੰਦੇ ਸਾਰੇ ਹੀ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਮੈਂ ਵੀ ਕਹਿੰਦਾ, ਤੁਸੀਂ ਵੀ ਕਹਿੰਦੇ ਹੋ, ਹੋਰ ਵੀ ਲੋਕ ਕਹਿੰਦੇ ਨੇ ਜੋ ਰੱਬ ਵਿੱਚ ਵਿਸ਼ਵਾਸ ਰੱਖਦੇ ਨੇ, ਉਹ ਸਾਰੇ ਹੀ ਕਹਿੰਦੇ ਨੇ। ਪਰ ਕਹਿਣ ਨਾਲ ਸਾਰਿਆਂ ਨੂੰ ਖੁਸ਼ੀਆਂ ਮਿਲਦੀਆਂ ਨਹੀਂ। ਰੀਜਨ ਕੀ ਹੈ? ਦਰ ਗੁਰਮੁਖਾਂ ਨੂੰ ਪ੍ਰਗਾਸ। ਦਰ ਦਾ ਮਤਲਬ ਹਜ਼ੂਰੀ ਚ ਸਾਰੇ ਜੀਵ ਤੇਰੀ ਵਡਿਆਈ ਕਰ ਰਹੇ ਨੇ, ਪਰ ਜੋ ਜੀਵ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਨੂੰ ਇਹ ਮਾਣ ਆਦਰ ਸਤਿਕਾਰ ਮਿਲਦਾ ਹੈ। ਗੁਰਮੁਖਾਂ ਦਾ ਮਤਲਬ ਜੋ ਗੁਰੂ ਦੇ ਸਨਮੁਖ ਨੇ, ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲਦੇ ਨੇ, ਜੋ ਗੁਰੂ ਦੇ ਦੱਸੇ ਰਾਹਾਂ ਚੱਲਦੇ ਨੇ। ਜੇ ਸੌਖੇ ਸ਼ਬਦਾਂ ਵਿੱਚ ਕਹਾਂ ਆਪਣੇ ਸਮਝਣ ਲਈ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾ ਲੈਂਦੇ ਨੇ, ਗੁਰੂ ਦੀ ਸਿੱਖਿਆ ਦੇ ਜੋ ਧਾਰਨੀ ਹੋ ਜਾਂਦੇ ਨੇ, ਜੋ ਇਹਨਾਂ ਚੀਜ਼ਾਂ ਨੂੰ ਅਮਲ ਵਿੱਚ ਲਿਆਉਂਦੇ ਨੇ, ਸੁੱਖ ਉਹ ਮਿਲਦਾ ਹੈ। ਕਈ ਸਾਰੇ ਜਾਂਦੇ ਨੇ ਕਿ ਰੱਬ ਖੁਸ਼ੀਆਂ ਦੇਣ ਵਾਲਾ ਹੈ, ਗੱਲ ਠੀਕ ਹੈ, ਲੇਕਿਨ ਮਿਲਦੀਆਂ ਨਹੀਂ। ਉਹਦਾ ਰੀਜ਼ਨ ਹੈ ਕਿ ਅਸੀਂ ਅਮਲ ਨਹੀਂ ਨਾ ਕਰਦੇ। ਤਾਂ ਗੁਰੂ ਸਿਰਾ ਤੇ ਚੱਲ ਕੇ ਜਿਹੜੇ ਉਹਨਾਂ ਦੇ ਹਿਰਦੇ ਅੰਦਰ ਖੁਸ਼ੀਆਂ ਦਾ ਪ੍ਰਕਾਸ਼ ਹੋ ਜਾਂਦਾ ਹੈ, ਚਾਨਣਾ ਹੋ ਜਾਂਦਾ ਹੈ, ਔਰ ਉਹਨਾਂ ਨੂੰ ਰੱਬੀ ਦਰਗਾਹ ਦੇ ਅੰਦਰ ਮਾਨ ਆਦਰ ਔਰ ਸਤਿਕਾਰ। ਮੈਂ ਖਿਮਾ ਦਾ ਜਾ। ਹੁਣ ਜੇ ਕਿਸੇ ਵੀਰ ਭੈਣ ਨੇ ਅੱਜ ਦੀ ਇਸ ਵਿਚਾਰ